ਸੰਗ ਨਾਮ ਦਿਓ ਮਨ ਲੀਨਾ ਆਡ ਦਾਮ ਕੋ ਛਿਪਰੋ ਹੋਇਓ ਲਾਖੀਨਾ ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੁਲਾਹਰਾ ਪਇਓ ਗੁਣੀ ਗਹੀਰਾ ਰਵਿਦਾਸ ਟਵੰਥਾ ਢੋਰ ਨੀਤ ਤਿਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮੈਂ ਹੈ ਗਣਿਆ ਏ ਬਿਦ ਸੁਣ ਕੇ ਜਟਰੋ ਉਠ ਭਗਤੀ ਲਾਗਾ ਮਿਲੈ ਪ੍ਰਤੱਖ ਗੁਸਈਆਂ ਧੰਨਾ ਵਡ ਭਾਗਾ ਸੁਕਾਉ ਟਲ ਗੁਰ ਸੇਵੀਐ ਹੈ ਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਇ ਸਿਫਤ ਖਸਮਦੀ ਨੂਰ ਅਰਸੋਂ ਕੁਰਸੋਂ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕਟੀਐ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕਟੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਿਲੰਗ ਬਾਣੀ ਭਗਤਾਂ ਕੀ ਨਾਮਦੇਵ ਜੀ ਹੱਲੇ ਯਾਰਾਂ ਖੁਸ਼ ਖਬਰੀ ਬਲ ਬਲ ਜਾਓ ਹੋ ਬਲ ਬਲ ਜਾਓ ਨਿੱਕੀ ਤੇਰੀ ਬੇਗਾਰੀ ਹਾਲੇ ਤੇਰਾ ਨਾਉ ਰਹਾਓ ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ ਦਵਾਰਕਾ ਨਗਰੀ ਰਾਸ ਬਗੋਈ ਹੱਲੇ ਯਾਰਾਂ ਖੁਸ਼ ਖਬਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ ਸਤਿਗੁਰੂ ਜੀਆਂ ਨੇ ਕਿਰਪਾ ਕਰਕੇ ਇਹ ਅੰਮ੍ਰਿਤ ਵੇਲੇ ਸੁਭਾਗਾ ਸਮਾਂ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਜੋ ਆਪ ਸੰਗਤਾਂ ਗੁਰਬਾਣੀ ਪੜ੍ਹ ਕੇ ਸਰਵਣ ਕਰਕੇ ਮਿਲਿਆ ਹੋਇਆ ਇਹ ਜੋ ਮਨੁੱਖਾ ਜਨਮ ਦਾ ਸਮਾਂ ਹੈ, ਇਸ ਨੂੰ ਗੁਰੂ ਕਿਰਪਾ ਦੇ ਨਾਲ ਸਫਲਾ ਬਣਾਇਆ ਹੈ।
ਸੋ ਇਸ ਵੇਲੇ ਆਪਾਂ ਸਤਿਗੁਰਾਂ ਦੀ ਗੁਰਬਾਣੀ ਦੀ ਜੋ ਲੜੀਵਾਰ ਕਥਾ ਵਿਚਾਰ ਹੈ ਉਸ ਨੂੰ ਸਰਵਣ ਕਰਨ ਵਾਸਤੇ ਗੁਰੂ ਦਰਬਾਰ ਦੇ ਵਿੱਚ ਪ੍ਰਾਪਤ ਹੋਏ ਹਾਂ। ਆਓ ਕੁਝ ਸਮੇਂ ਲਈ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ। ਭਾਵਨਾ ਦੇ ਨਾਲ ਸਤਿਗੁਰਾਂ ਦੇ ਜੋ ਅੰਮ੍ਰਿਤ ਬਚਨ ਹਨ ਉਹਨਾਂ ਨੂੰ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਿਲੰਗ ਬਾਣੀ ਭਗਤਾਂ ਕੀ। ਤਿਲੰਗ ਰਾਗ ਦੇ ਵਿੱਚ ਇਹ ਭਗਤਾਂ ਦੀ ਬਾਣੀ ਦਾ ਅਖੀਰਲਾ ਸ਼ਬਦ ਹੈ, ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਵੀ ਇਸ ਰਾਗ ਦਾ ਇਹ ਅਖੀਰਲਾ ਸ਼ਬਦ ਹੈ। ਤਿਲੰਗ ਰਾਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਵਿੱਚ ਇਹ 14ਵਾਂ ਰਾਗ ਹੈ। 31 ਰਾਗ ਨੇ, 31 ਰਾਗਾਂ ਵਿੱਚੋਂ ਇਹ 14ਵੇਂ ਨੰਬਰ ਤੇ ਰਾਗ ਮਹਾਰਾਜ ਨੇ ਲਿਖਿਆ। ਔਰ ਇਸ ਰਾਗ ਨੂੰ ਜਿਹੜਾ ਗਾਉਣ ਦਾ ਸਮਾਂ ਹੈ, ਬਰਸਾਤ ਦੇ ਮੌਸਮ ਦੇ ਵਿੱਚ ਇਸ ਰਾਗ ਨੂੰ ਅੱਧੀ ਰਾਤ ਵੇਲੇ ਗਾਇਆ ਜਾ ਸਕਦਾ। ਰਾਤ ਦੇ 12 ਵਜੇ ਤੋਂ ਲੈ ਕੇ ਇਸ ਰਾਗ ਨੂੰ ਗਾਇਆ ਜਾ ਸਕਦਾ ਬਰਸਾਤ ਮੌਸਮ ਦੇ ਅੰਦਰ। ਸੋ ਐਸਾ ਇਹ ਤਿਲੰਗ ਰਾਗ ਹੈ। ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤੀ ਹੈ। ਪੁਨ ਆਇਓ ਹਿੰਡੋਲ ਪੰਚਨਾਰ ਸੰਗ ਅਸ਼ਟ ਸੁਤ ਉੱਠੇ ਤਾਨ ਕਲੋਲ ਗਾਇਨ ਤਾਰ ਮਿਲਾਵਈ ਤੇ ਲੰਗੀ ਦੇਵ ਕਰੀ ਆਈ। ਰਾਗਮਾਲਾ ਜਿਹੜੀ ਬਾਣੀ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜੋ ਦਰਜ ਕੀਤੀ ਹੈ, ਉਸ ਬਾਣੀ ਦੇ ਵਿੱਚ ਇਸ ਨੂੰ ਤਿਲੰਗ ਨੂੰ ਰਾਗਨੀ ਲਿਖਿਆ ਹੈ, ਤਿਲੰਗ ਰਾਗਨੀ। ਅਤੇ ਜੋ ਹਿੰਡੋਲ ਰਾਗ ਹੈ ਉਸ ਦੀ ਸੁਪਤਨੀ ਲਿਖਿਆ ਹੈ। ਹਿੰਡੋਲ ਰਾਗ ਇਸ ਦਾ ਪਤੀ ਹੈ ਔਰ ਇਹ ਜਿਹੜੀ ਤਿਲੰਗ ਰਾਗਨੀ ਉਸ ਦੀ ਪਤਨੀ ਕਥਨ ਕੀਤੀ ਹੈ। ਇਸ ਨੂੰ ਗਾਉਣ ਦਾ ਸਮਾਂ ਅੱਧੀ ਰਾਤ ਹੈ ਬਰਸਾਤ ਦੇ ਦਿਨਾਂ ਦੇ ਵਿੱਚ। ਐਸਾ ਇਹ ਰਾਗ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ 14ਵੇਂ ਸਥਾਨ ਤੇ 14 ਨੰਬਰ ਤੇ ਜਾ ਕੇ ਮਹਾਰਾਜ ਨੇ ਦਰਜ ਕੀਤਾ ਹੈ। ਅਤੇ ਇਸ ਰਾਗ ਦਾ ਇਹ ਆਪਾਂ ਅਖੀਰਲਾ ਜਿਹੜਾ ਸ਼ਬਦ ਹੈ ਉਹ ਸਰਵਣ ਕਰਨ ਜਾ ਰਹੇ ਹਾਂ। ਨਾਮਦੇਵ ਜੀ। ਇਹ ਭਗਤ ਨਾਮਦੇਵ ਜੀ ਦਾ ਸ਼ਬਦ ਹੈ। ਭਗਤ ਨਾਮਦੇਵ ਜੀ ਗੁਰਮੁਖੋ ਹੱਥੀਂ ਕਿਰਤ ਕਰਿਆ ਕਰਦੇ। ਭਗਤ ਨਾਮਦੇਵ ਜੀਆਂ ਦੀ ਜਾਤ ਜਿਹੜੀ ਹੈ ਉਹ ਸ਼ਿੰਬਾ ਜਾਤ ਹੈ। ਸ਼ਿੰਬੇ ਜਾਤ ਦੇ ਵਿੱਚ ਪੈਦਾ ਹੋਏ। ਸੋ ਮਹਾਰਾਜ ਜੀਆਂ ਦਾ ਬਚਨ ਹੈ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ ਆੜ ਦਾਮ ਕੋ ਛੀਪਰੋ। ਛੀਪਰੋ ਤੋਂ ਭਾਵ ਸ਼ਿੰਬਾ। ਕਹਿਣ ਲੱਗੇ ਵੀ ਭਗਤ ਨਾਮਦੇਵ ਜੀ ਸ਼ਿੰਬੇ ਹਨ। ਕੰਮ ਕੀ ਹੈ? ਕੱਪੜੇ ਧੋਣੇ ਜਾਂ ਕੱਪੜਿਆਂ ਦੀ ਸਿਲਾਈ ਕਰਨੀ। ਭਗਤ ਜੀ ਨੇ ਆਪਣੇ ਜੀਵਨ ਦਾ ਰੂਟੀਨ ਇਹ ਬਣਾਇਆ ਵੀ ਜੇ ਕਿਤੇ ਵੀ ਜਾਣਾ ਪਵੇ, ਕਿਸੇ ਦੂਜੇ ਸ਼ਹਿਰ ਦੇ ਵਿੱਚ ਜਾਂ ਕਿਸੇ ਸਫ਼ਰ 'ਤੇ ਜਾਣਾ ਹੈ, ਤੇ ਭਗਤ ਜੀ ਉਸ ਸ਼ਹਿਰ ਵਿੱਚ ਜਾ ਕੇ ਕੱਪੜੇ ਧੋ ਕੇ ਲੋਕਾਂ ਦੇ, ਤੇ ਜਿਹੜਾ ਉਹਨਾਂ ਸਮਿਆਂ ਵਿੱਚ ਪੈਸਾ 2 ਪੈਸੇ ਮਿਲਦੇ ਉਹਦੇ ਨਾਲ ਆਪਣਾ ਗੁਜ਼ਾਰਾ ਕਰਦੇ। ਵੀ ਕਿਸੇ 'ਤੇ ਨਿਰਭਰ ਨਹੀਂ ਸਨ ਜਾਂ ਕਿਸੇ ਦਾ ਆਸਾਨ ਨਹੀਂ ਚੁੱਕਣਾ ਚਾਹੁੰਦੇ ਵੀ ਮੈਂ ਭਗਤ ਹਾਂ, ਮੈਂ ਨਾਮ ਜਪਣ ਵਾਲਾ ਹਾਂ, ਲੋਕ ਮੇਰੀ ਸੇਵਾ ਕਰਨ। ਐਸੀ ਬਿਰਤੀ ਨਹੀਂ ਹੈ। ਕਿਸੇ ਵੀ ਨਗਰ ਵਿੱਚ ਚਲੇ ਜਾਣਾ, ਜਦੋਂ ਕਿਤੇ ਵੇਖਣਾ ਵੀ ਇੱਥੇ ਰਾਤ ਪਵੇਗੀ ਜਾਂ ਕੋਈ ਦਿਨ ਰਹਿਣਾ ਪਵੇਗਾ, ਤੇ ਉੱਥੇ ਜਾ ਕੇ ਕੱਪੜੇ ਧੋ ਕੇ ਤੇ ਉਹ ਜਿਹੜੇ ਪੈਸੇ ਮਿਲਣੇ ਉਹਨਾਂ ਨਾਲ ਆਪਣਾ ਗੁਜ਼ਾਰਾ ਕਰ ਲੈਣਾ। ਸੋ ਇਸ ਤਰ੍ਹਾਂ ਇਹ ਭਗਤ ਨਾਮਦੇਵ ਜੀ ਦਾ ਜੀਵਨ ਹੈ। ਇੱਕ ਦਿਨ ਭਗਤ ਜੀ ਦੇ ਮਨ ਵਿੱਚ ਵਿਚਾਰ ਬਣੀ, ਕਿਉਂ ਨਾ ਹੋਵੇ ਤੀਰਥਾਂ ਦੀ ਯਾਤਰਾ ਕੀਤੀ ਜਾਵੇ। ਕਿਉਂਕਿ ਹਿੰਦੁਸਤਾਨ ਦੇ ਲੋਕ ਤੀਰਥ ਯਾਤਰਾ ਨੂੰ ਬਹੁਤ ਵੱਡਾ ਮੰਨਦੇ ਨੇ, ਵੀ ਤੀਰਥ ਯਾਤਰਾ ਕੀਤਿਆਂ ਬਹੁਤਾ ਵੱਡਾ ਫਲ ਪ੍ਰਾਪਤ ਹੁੰਦਾ ਹੈ। ਜਦੋਂ ਭਗਤ ਜੀ ਚੱਲਣ ਲੱਗੇ ਤੀਰਥਾਂ ਦੀ ਯਾਤਰਾ ਤੇ ਭਗਤ ਜੀ ਦੀ ਘਰਵਾਲੀ ਨਾਮ ਹੈ ਉਹਨਾਂ ਦਾ ਬੀਬੀ ਲਾਡਲੀ ਜੀ, ਉਹ ਵੀ ਨਾਲ ਹੀ ਚੱਲ ਪਏ। ਕਹਿਣ ਲੱਗੇ ਵੀ ਤੁਸੀਂ ਤੀਰਥ ਯਾਤਰਾ 'ਤੇ ਚੱਲੇ ਹੋ ਤੇ ਸਾਨੂੰ ਵੀ ਆਪਣੇ ਨਾਲ ਲੈ ਚੱਲੋ।
ਭਗਤ ਜੀ ਬਚਨ ਮੰਨ ਕੇ ਪਰਿਵਾਰ ਦੇ ਸਮੇਤ ਹੀ ਚੱਲ ਪਏ ਦਰਸ਼ਨ ਕਰਨ ਵਾਸਤੇ, ਇਸ਼ਨਾਨ ਕਰਨ ਵਾਸਤੇ ਧਾਰਮਿਕ ਸਥਾਨਾਂ ਤੀਰਥਾਂ ਦੇ। ਤੇ ਚਲਦਿਆਂ ਚਲਦਿਆਂ ਗੁਰਮੁਖੋ ਪਹੁੰਚ ਗਏ ਦਵਾਰਕਾ ਨਗਰੀ। ਦਵਾਰਕਾ ਨਗਰੀ ਭਗਵਾਨ ਕ੍ਰਿਸ਼ਨ ਜੀਆਂ ਦੀ ਨਗਰੀ ਹੈ। ਜਦੋਂ ਭਗਤ ਜੀ ਇੱਥੇ ਪਹੁੰਚੇ ਤੇ ਬੜਾ ਸੋਹਣਾ ਨਗਰ ਵੇਖ ਕੇ, ਬੜੀ ਰੌਣਕ ਵੇਖ ਕੇ ਮਨ ਕੀਤਾ ਕਿਉਂ ਨਾ ਹੋਵੇ ਕੋਈ ਦਿਨ ਇੱਥੇ ਹੀ ਰਿਹਾ ਜਾਵੇ। ਨਾਲੇ ਦਰਸ਼ਨ ਮੇਲੇ ਹੋਣਗੇ, ਨਾਲੇ ਇਸ਼ਨਾਨ ਪ੍ਰਾਪਤ ਹੋਣਗੇ। ਹੁਣ ਕੋਈ ਦਿਨ ਰਹਿਣਾ ਵੀ ਹੈ ਤੇ ਕਿਉਂ ਨਾ ਹੋਵੇ ਇੱਥੇ ਕੱਪੜੇ ਵੀ ਧੋਤੇ ਜਾਣ, ਜਿਹੜਾ ਪੈਸਾ 2 ਪੈਸੇ ਮਿਲਣਗੇ ਅਸੀਂ ਗੁਜ਼ਾਰਾ ਕਰਾਂਗੇ। ਭਗਤ ਨਾਮਦੇਵ ਜੀ ਉੱਥੇ ਦਵਾਰਕਾ ਦੇ ਵਿੱਚ ਕੱਪੜੇ ਧੋਣ ਲੱਗ ਪਏ ਆਪਣੇ ਗੁਜ਼ਾਰੇ ਵਾਸਤੇ। ਰੋਜ਼ ਕੱਪੜੇ ਘਰਾਂ ਵਿੱਚੋਂ ਇਕੱਠੇ ਕਰਕੇ ਲੈ ਆਉਂਦੇ, ਧੋ ਕੇ ਸੁਕਾ ਕੇ ਫਿਰ ਘਰਾਂ ਵਿੱਚ ਜਾ ਕੇ ਦੇ ਆਉਂਦੇ। ਇਸ ਤਰ੍ਹਾਂ ਕਰਦਿਆਂ ਕਈ ਦਿਨ ਲੰਘ ਗਏ ਤੇ ਇੱਕ ਦਿਨ ਮਨ ਵਿੱਚ ਵਿਚਾਰ ਬਣੀ ਭਗਤ ਨਾਮਦੇਵ ਦੇ ਵੀ ਕੱਪੜੇ ਚੁੱਕ ਕੇ ਲਿਆਉਣੇ ਫਿਰ ਛੱਡ ਕੇ ਆਉਣੇ, ਇਹ ਬੜਾ ਭਾਰੀ ਭਾਰ ਦਾ ਕੰਮ ਹੈ। ਤੇ ਕਿਉਂ ਨਾ ਹੋਵੇ ਮੈਂ ਰੱਬ ਦੇ ਕੋਲੋਂ, ਪ੍ਰਮਾਤਮਾ ਦੇ ਕੋਲੋਂ ਇੱਕ ਘੋੜੀ ਮੰਗ ਲਵਾਂ ਤਾਂ ਕਿ ਸਾਰੇ ਕੱਪੜੇ ਇਕੱਠੇ ਕਰਕੇ ਘੋੜੀ ਤੇ ਰੱਖਾਂਗਾ, ਫਿਰ ਕੱਪੜੇ ਧੋਵਾਂਗਾ, ਫਿਰ ਉਸੇ ਘੋੜੀ ਤੇ ਰੱਖ ਕੇ ਤੇ ਵਾਪਸ ਦੇ ਆਵਾਂ ਕਰਾਂਗਾ, ਭਾਰ ਨਹੀਂ ਚੁੱਕਣਾ ਪਵੇਗਾ। ਜਦੋਂ ਮਨ ਵਿੱਚ ਇਹ ਵਿਚਾਰ ਬਣੀ ਤੇ ਅੱਜ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦੇ ਪਏ ਤੇ ਨਾਮ ਜਪ ਕੇ ਨਾਲ ਇਹ ਸੰਕਲਪ ਬਣ ਗਿਆ, ਇਹ ਫੁਰਨਾ ਬਣ ਗਿਆ ਵੀ ਘੋੜੀ ਹੋਵੇ ਤੇ ਸੌਖਾ ਹੋ ਜਾਏਗਾ। ਜਦੋਂ ਇਹ ਸੰਕਲਪ ਬਣਿਆ ਤੇ ਭਗਵਾਨ ਜੀ ਨੇ ਵਿਚਾਰਿਆ ਵੀ ਅੱਜ ਭਗਤ ਨੇ ਘੋੜੀ ਮੰਗੀ ਹੈ, ਕੱਲ੍ਹ ਨੂੰ ਕੋਈ ਹੋਰ ਪਦਾਰਥ ਮੰਗੇਗਾ, ਪਰਸੋਂ ਕੋਈ ਹੋਰ ਮੰਗੇਗਾ, ਕਿਉਂਕਿ ਅੱਗੇ ਤੋਂ ਅੱਗੇ ਇਹ ਮੰਗਣ ਦੀ ਬਿਰਤੀ ਵੱਧ ਸਕਦੀ ਹੈ। ਅੱਜ ਜਿੰਨੀ ਇਹਦੀ ਨਾਮ ਦੇ ਵਿੱਚ ਲਿਵ ਲੱਗੀ ਹੈ, ਜਿਵੇਂ ਜਿਵੇਂ ਪਦਾਰਥ ਮੰਗੇਗਾ ਉਹਨਾਂ ਵਿੱਚ ਖਚਤ ਹੋਵੇਗਾ, ਇਹ ਨਾਮ ਦੇ ਵੱਲੋਂ ਦੂਰ ਹੋ ਜਾਏਗਾ, ਪਦਾਰਥਾਂ ਵੱਲ ਫਸ ਜਾਏਗਾ। ਇਸ ਕਰਕੇ ਇਹਦਾ ਇਹ ਮੋਹ ਤੋੜਨਾ ਚਾਹੀਦਾ ਪਦਾਰਥਾਂ ਵਾਲਾ, ਤੇ ਨਾਲੇ ਇਹਦੀ ਪਰਖ ਕਰਨੀ ਚਾਹੀਦੀ ਹੈ। ਇਹ ਗੱਲ ਵਿਚਾਰ ਕੇ ਭਗਵਾਨ ਜੀ ਆਪ ਕਿਸੇ ਮੁਗਲ ਦਾ ਰੂਪ ਲੈ ਕੇ, ਮੁਗਲ ਹੋਇਆ ਕਰਦੇ ਨਾ ਮੁਸਲਮਾਨ, ਕਿਸੇ ਮੁਸਲਮਾਨ ਮੁਗਲ ਦਾ ਰੂਪ ਬਣਾ ਕੇ ਆਪ ਘੋੜੀ ਤੇ ਚੜ੍ਹ ਕੇ ਜਿੱਥੇ ਭਗਤ ਨਾਮਦੇਵ ਜੀ ਕਿਸੇ ਨਦੀ ਦੇ ਕਿਨਾਰੇ ਕੱਪੜੇ ਧੋਂਦੇ ਸਨ ਉੱਥੇ ਪਹੁੰਚ ਗਏ। ਜਦੋਂ ਭਗਵਾਨ ਜੀ ਘੋੜੀ ਤੇ ਚੜ੍ਹ ਕੇ ਉੱਥੇ ਪਹੁੰਚੇ ਤੇ ਦੇਵਨੇਤ ਕੀ ਬਣੀ ਹੈ, ਬਹਾਨਾ ਕੀ ਬਣਿਆ ਵੀ ਉਸ ਘੋੜੀ ਨੇ ਅੱਗੇ ਵਛੇਰੇ ਨੂੰ ਜਨਮ ਦੇ ਦਿੱਤਾ। ਹੁਣ ਉਸ ਘਾਟ ਦੇ ਉੱਪਰ ਘੋੜੀ ਨੇ ਬੱਚੇ ਨੂੰ ਜਨਮ ਦਿੱਤਾ, ਵਛੇਰੇ ਨੂੰ ਜਨਮ ਦਿੱਤਾ। ਉਸੇ ਘਾਟ ਤੇ ਭਗਤ ਨਾਮਦੇਵ ਜੀ ਆਪਣੇ ਕੱਪੜੇ ਧੋਂਦੇ ਪਏ। ਉਸ ਵੇਲੇ ਉਹ ਜਿਹੜਾ ਮੁਗਲ ਹੈ ਨਾ, ਉਹਨੇ ਭਗਤ ਨਾਮਦੇਵ ਨੂੰ ਫਿਰ ਹੁਕਮ ਕੀਤਾ, ਕਹਿਣ ਲੱਗੇ, ਨਾਮ ਲੈ ਕੇ ਜਾਂ ਜਾਤੀ ਦਾ ਨਾਮ ਲੈ ਕੇ ਸੰਬੋਧਨ ਕਰਦਿਆਂ ਆਖਿਆ ਕਿ ਮੇਰੀ ਘੋੜੀ ਨੇ ਬੱਚੇ ਨੂੰ ਜਨਮ ਦਿੱਤਾ, ਇਸ ਬੱਚੇ ਨੂੰ ਆਪਣੇ ਮੋਢਿਆਂ ਤੇ ਚੁੱਕ ਤੇ ਮੇਰੇ ਨਾਲ ਨਾਲ ਚੱਲ, ਮੇਰੇ ਘਰ ਛੱਡ ਕੇ ਆ। ਜਦੋਂ ਉਸ ਮੁਗਲ ਨੇ ਇਹ ਗੱਲ ਆਖੀ ਤੇ ਭਗਤ ਨਾਮਦੇਵ ਜੀ ਥੋੜ੍ਹਾ ਮਨ ਵਿੱਚ ਡਰ ਵੀ ਗਏ ਵੀ ਜੇ ਹੁਕਮ ਨਾ ਮੰਨਿਆ, ਕਹਿਣਾ ਨਾ ਮੰਨਿਆ ਤੇ ਇਹ ਦੰਡ ਦੇਵੇਗਾ, ਨਾਰਾਜ਼ ਹੋਵੇਗਾ, ਬਚਨ ਮੰਨਣਾ ਪਵੇਗਾ। ਭਗਤ ਨਾਮਦੇਵ ਜੀ ਨੇ ਉਹ ਵਛੇਰਾ ਜਿਹੜਾ ਸੀ ਘੋੜੀ ਦਾ ਆਪਣੇ ਮੋਢੇ ਤੇ ਚੁੱਕ ਲਿਆ, ਆਪ ਪੈਦਲ ਚੱਲ ਪਏ। ਭਗਵਾਨ ਜੀ ਮੁਗਲ ਬਣ ਕੇ ਆਏ, ਉਹ ਘੋੜੇ ਤੇ ਬੈਠ ਕੇ ਚੱਲ ਪਏ। ਹੁਣ ਭਗਤ ਨਾਮਦੇਵ ਜੀ ਸਾਰੇ ਦਿਨ ਦੇ ਥਕੇ ਹੋਏ ਸਨ, ਕੱਪੜੇ ਧੋ ਕੇ ਕੰਮ ਕਰਕੇ, ਤੇ ਉੱਪਰੋਂ ਸ਼ਾਮ ਵੇਲੇ ਉਹ ਘੋੜੇ ਦਾ ਬੱਚਾ ਚੁੱਕਣਾ ਪਿਆ। ਥੱਕਿਆ ਹੋਇਆ ਸਰੀਰ ਹੈ, ਹੌਲੀ ਹੌਲੀ ਚੱਲਦੇ ਪਏ। ਜਦੋਂ ਹੌਲੀ ਹੌਲੀ ਚੱਲਦੇ ਪਏ ਤੇ ਉਹ ਜਿਹੜਾ ਮੁਗਲ ਘੋੜੇ ਤੇ ਬੈਠਾ ਨਾ ਅੱਗੇ ਚਲਾ ਗਿਆ। ਉਹਨੇ ਅੱਗੇ ਜਾ ਕੇ ਜਦੋਂ ਧੌਣ ਘੁਮਾ ਕੇ ਪਿੱਛੇ ਨੂੰ ਵੇਖਿਆ ਨਾ, ਧੌਣ ਮੋੜ ਕੇ ਤੇ ਵੇਖਿਆ ਵੀ ਜਿਹਨੂੰ ਮੈਂ ਘੋੜੇ ਦਾ ਬੱਚਾ ਚੁਕਾਇਆ ਉਹ ਤੇ ਦੂਰ ਰਹਿ ਗਿਆ, ਹੌਲੀ ਤੁਰਦਾ ਪਿਆ ਹੈ। ਇਸ ਤਰ੍ਹਾਂ ਵੇਖ ਕੇ ਤੇ ਫਿਰ ਭਗਵਾਨ ਜੀ ਕਹਿਣ ਲੱਗੇ ਹਨ, ਹੱਲੇ ਯਾਰਾ, ਹੱਲੇ ਯਾਰਾ। ਭਗਵਾਨ ਜੀ ਕਹਿਣ ਲੱਗੇ, ਉਹ ਯਾਰਾ ਹੱਲਾ ਕਰ, ਛੇਤੀ ਕਰ, ਕਾਹਲੀ ਤੁਰ, ਵੀ ਤੂੰ ਹੌਲੀ ਤੁਰਦਾ ਪਿਆ, ਘੋੜੇ ਦਾ ਬੱਚਾ ਮੋਢੇ ਤੇ ਚੱਕ ਕੇ ਤੂੰ ਪਿੱਛੇ ਰਹਿ ਗਿਆ ਹੈ, ਮੈਂ ਅੱਗੇ ਆ ਗਿਆ ਹਾਂ। ਹੱਲੇ ਯਾਰਾਂ, ਹੱਲੇ ਯਾਰਾਂ, ਐ ਯਾਰਾਂ, ਐ ਯਾਰ, ਹੱਲੇ ਨਾਲ ਕਾਹਲੀ ਕਾਹਲੀ ਤੁਰ, ਛੇਤੀ ਛੇਤੀ ਤੁਰ।
ਮੇਰੇ ਬਰਾਬਰ ਪਹੁੰਚ ਤਾਂ ਕਿ ਛੇਤੀ ਮੰਜ਼ਿਲ ਤੇ ਪਹੁੰਚੀਏ। ਜਦੋਂ ਭਗਵਾਨ ਜੀਆਂ ਨੇ ਉਸ ਮੁਗਲ ਦੇ ਰੂਪ ਦੇ ਵਿੱਚ ਇਹ ਬਚਨ ਆਖੇ ਤੇ ਭਗਤ ਨਾਮਦੇਵ ਜੀ ਨੇ ਸੋਚਿਆ ਵੀ ਮੁਗਲ ਦੇ ਐਸੇ ਮਿੱਠੇ ਬੋਲ ਤੇ ਨਹੀਂ ਹੋ ਸਕਦੇ, ਇਹ ਇੰਨੇ ਮਿੱਠੇ ਬੋਲ ਜਿਹੜੇ ਨੇ ਇਹ ਤੇ ਲੱਗਦਾ ਵੀ ਭਗਵਾਨ ਜੀ ਆ ਗਏ ਮੇਰੀ ਪਰਖ ਕਰਨ ਵਾਸਤੇ। ਉਹ ਜਾਣ ਗਏ ਭਗਤ ਨਾਮਦੇਵ ਜੀ ਵੀ ਇਹ ਕੋਈ ਮੁਗਲ ਨਹੀਂ ਹੈ, ਇਹ ਤੇ ਭਗਵਾਨ ਜੀ ਆ ਗਏ ਨੇ ਮੇਰੀ ਪਰਖ ਕਰਨ ਵਾਸਤੇ, ਜਾਂ ਇਹਨਾਂ ਨੇ ਕੋਈ ਨਵਾਂ ਚਰਿੱਤਰ ਕਰਨਾ ਹੈ, ਕੋਈ ਕੌਤਕ ਕਰਨਾ ਹੈ। ਜਦੋਂ ਇਸ ਬਚਨ ਨੂੰ ਜਾਣ ਗਏ ਤੇ ਫਿਰ ਨਾਮਦੇਵ ਜੀ ਆਖਦੇ ਹਨ, ਖੁਸ਼ ਖਬਰੀ ਭਗਵਾਨ ਜੀ ਸੁਖ ਆਨੰਦ ਹੈ ਕਿ ਸੁਖ ਆਨੰਦ ਹੈ। ਜਦੋਂ ਬਚਨ ਸੁਣਿਆ ਤੇ ਫਿਰ ਅੱਗੋਂ ਆਪ ਵੀ ਉਸ ਬਚਨ ਦਾ ਜਵਾਬ ਦਿੰਦੇ ਵੀ ਸੁਖ ਆਨੰਦ ਹੈ। ਤੁਸੀਂ ਆਖਦੇ ਹੋ ਵੀ ਹੱਲੇ ਯਾਰਾਂ ਵੀ ਛੇਤੀ ਕਰ ਮਿੱਤਰਾ ਛੇਤੀ ਕਰ, ਹੱਲਾ ਕਰ ਹੱਲੇ ਨਾਲ ਤੁਰ, ਕਿ ਸੁਖ ਆਨੰਦ ਹੈ ਕਿ ਸੁਖ ਆਨੰਦ ਹੈ। ਇਹ ਬਚਨ ਉਸ ਵੇਲੇ ਭਗਤ ਨਾਮਦੇਵ ਜੀ ਨੇ ਅੱਗੋਂ ਆਖੇ ਹਨ, ਬਲ ਬਲ ਜਾਓ ਹਉ ਬਲ ਬਲ ਜਾਓ। ਭਗਵਾਨ ਜੀ ਮੈਂ ਤਨ ਕਰਕੇ ਤੁਹਾਡੇ ਤੋਂ ਬਲਿਹਾਰ ਜਾਂਦਾ ਹਾਂ, ਤਨ ਕਰਕੇ ਤੁਹਾਡੇ ਤੋਂ ਵਾਰੀ ਜਾਂਦਾ ਹਾਂ। ਬਲ ਬਲ ਜਾਓ, ਮੈਂ ਤੁਹਾਡੇ ਤੋਂ ਤਨ ਕਰਕੇ ਬਲ ਬਲ ਕਹੀਏ ਬਲਿਹਾਰ ਜਾਂਦਾ, ਕੁਰਬਾਨ ਜਾਂਦਾ, ਸਦਕੇ ਜਾਂਦਾ ਹਾਂ। ਹਾਂ ਬਲ ਬਲ ਜਾਓ, ਮੈਂ ਮਨ ਕਰਕੇ ਵੀ ਤੁਹਾਡੇ ਤੋਂ ਬਲ ਬਲ ਜਾਂਦਾ, ਬਲਿਹਾਰ ਜਾਂਦਾ। ਐ ਮੈਨੂੰ ਆਪਣੇ ਘੋੜੇ ਦਾ ਬੱਚਾ ਚੁਕਾਉਣ ਵਾਲੇ ਭਗਵਾਨ ਜੀ, ਮੈਂ ਤੁਹਾਡੇ ਤੋਂ ਬਲਿਹਾਰ ਜਾਂਦਾ, ਕੁਰਬਾਨ ਜਾਂਦਾ, ਸਦਕੇ ਜਾਂਦਾ ਹਾਂ। ਨਿੱਕੀ ਤੇਰੀ ਬੇਗਾਰੀ ਆਲੇ ਤੇਰਾ ਨਾਉ। ਭਗਤ ਜੀ ਨੇ ਆਖਿਆ ਨਾ ਵੀ ਤੁਹਾਡੇ ਤੋਂ ਬਲਿਹਾਰ ਜਾਈਏ, ਉਹ ਜਿਹੜਾ ਮੁਗਲ ਸੀ ਘੋੜੇ ਤੇ ਬੈਠਾ ਕਹਿਣ ਲੱਗਾ ਵੀ ਨਾਮਦੇਵ ਮੈਂ ਤੈਨੂੰ ਆਪਣੀ ਵਗਾਰ ਵਾਸਤੇ ਚੁਣਿਆ, ਵੀ ਮੇਰਾ ਘੋੜੇ ਦਾ ਬੱਚਾ ਚੁੱਕ ਕੇ ਇੱਥੋਂ ਤੇ ਉੱਥੇ ਛੱਡ ਗਿਆ, ਮੈਂ ਤੈਨੂੰ ਵੰਗਾਰ ਪਾਈ ਹੈ ਤੇ ਤੂੰ ਮੇਰਾ ਵੰਗਾਰਾ ਲੱਗਾ ਹੋਇਆ, ਤੇ ਇਹ ਬਿਗਾਰੀ ਕਰਨ ਵਾਲਿਆ ਤੂੰ ਮੈਨੂੰ ਇਹ ਕਿਵੇਂ ਕਹਿ ਸਕਦਾ ਵੀ ਬਲ ਬਲ ਜਾਓ ਬਲ ਬਲ ਜਾਓ। ਤੇ ਭਗਤ ਨਾਮਦੇਵ ਜੀ ਕਹਿਣ ਲੱਗੇ ਨੀਕੀ ਤੇਰੀ ਬਿਗਾਰੀ, ਇਹ ਤੇਰੀ ਵੰਗਾਰ ਕੱਢਣੀ ਵੀ ਬੜੀ ਚੰਗੀ ਹੈ। ਮੇਰੇ ਤੇ ਵੱਡੇ ਭਾਗ ਨੇ ਜੋ ਰੱਬ ਦੀ ਵੰਗਾਰ ਮੇਰੇ ਤੇ ਆ ਕੇ ਪਈ ਹੈ ਤੇ ਮੈਂ ਉਸ ਵੰਗਾਰ ਨੂੰ ਕਰਾਉਂਦਾ ਪਿਆ, ਨਿਬੇੜਦਾ ਪਿਆ। ਕਹਿਣ ਲੱਗੇ ਭਗਵਾਨ ਜੀ ਨੀਕੀ ਤੇਰੀ ਬਿਗਾਰੀ, ਇਹ ਜਿਹੜੀ ਤੇਰੀ ਬਿਗਾਰੀ ਵੰਗਾਰ ਹੈ ਨਾ, ਕਹਿਣ ਲੱਗੇ ਵੀ ਇਹ ਬੜੀ ਚੰਗੀ ਹੈ। ਕਿਉਂ ਚੰਗੀ ਹੈ ਭਗਵਾਨ ਜੀ ਨੇ ਪੁੱਛਿਆ। ਤੇ ਭਗਤ ਨਾਮਦੇਵ ਜੀ ਕਹਿਣ ਲੱਗੇ ਇਸ ਬਹਾਨੇ ਮੈਨੂੰ ਤੁਹਾਡੇ ਦਰਸ਼ਨ ਹੋ ਗਏ ਨੇ। ਜੇ ਤੁਸੀਂ ਮੈਨੂੰ ਵੰਗਾਰ ਨਾ ਪਾਉਂਦੇ, ਇਹ ਬਿਗਾਰੀ ਨਾ ਪਾਉਂਦੇ, ਫਿਰ ਮੈਂ ਤੁਹਾਡੇ ਦਰਸ਼ਨ ਕਿਵੇਂ ਕਰਦਾ। ਇਹ ਤੇ ਚੰਗਾ ਹੋ ਗਿਆ ਹੈ ਵੀ ਇਸ ਬਹਾਨੇ ਤੁਸੀਂ ਮੈਨੂੰ ਦਰਸ਼ਨ ਦਿੱਤੇ ਨੇ। ਭਗਤ ਨਾਮਦੇਵ ਜੀ ਬਚਨ ਕਰਦੇ ਕਹਿਣ ਲੱਗੇ ਸਾਈਂ ਮੇਰੇ ਚੰਗੀ ਕੀਨੀ ਤਲੇ ਕੋ ਮੰਗੀ ਉੱਪਰ ਦੀਨੀ। ਕਹਿਣ ਲੱਗੇ ਰੱਬਾ ਬੜਾ ਚੰਗਾ ਕੀਤਾ, ਮੈਂ ਤੇ ਘੋੜੀ ਮੰਗੀ ਸੀ ਵੀ ਉਹਦੇ ਉੱਤੇ ਮੈਂ ਚੜਾਂਗਾ, ਘੋੜੀ ਮੇਰੇ ਥੱਲੇ ਹੋਵੇਗੀ ਤੇ ਮੈਂ ਘੋੜੀ ਦੇ ਉੱਪਰ ਬੈਠਾਂਗਾ। ਮੈਂ ਤੇ ਘੋੜੀ ਆਪਣੇ ਬੈਠਣ ਵਾਸਤੇ ਮੰਗੀ ਹੈ ਤੇ ਰੱਬਾ ਤੂੰ ਚੰਗਾ ਕੀਤਾ, ਤੂੰ ਘੋੜੀ ਚੁੱਕ ਕੇ ਮੇਰੇ ਮੋਢਿਆਂ ਤੇ ਰੱਖ ਦਿੱਤੀ ਹੈ। ਘੋੜੀ ਤੇ ਮੈਂ ਮੰਗੀ ਸੀ ਸਵਾਰੀ ਕਰਨ ਵਾਸਤੇ ਵੀ ਥੱਕ ਜਾਣਾ, ਭਾਰ ਚੁੱਕ ਕੇ ਘੋੜੀ ਮਿਲੇ ਤੇ ਉਹਦੇ ਉੱਪਰ ਬੈਠਾਂਗਾ, ਪਰ ਤੁਸੀਂ ਉਹ ਘੋੜੀ ਮੇਰੇ ਮੋਢਿਆਂ ਤੇ। ਕਹਿਣ ਲੱਗੇ ਸਾਈਂ ਮੇਰੇ ਚੰਗੀ ਕੀਨੀ, ਐ ਮੇਰੇ ਸਾਈਂ ਮੇਰੇ ਮਾਲਕ ਤੂੰ ਮੇਰੇ ਨਾਲ ਬੜਾ ਚੰਗਾ ਕੀਤਾ ਹੈ। ਤਲੇ ਕੋ ਮੰਗੀ ਉੱਪਰ ਕੋ ਦੀਨੀ, ਮੈਂ ਤੇ ਮੰਗੀ ਸੀ ਥੱਲੇ ਵਾਸਤੇ, ਘੋੜੀ ਦੇ ਉੱਪਰ ਮੈਂ ਚੜਾਂਗਾ, ਪਰ ਤੁਸੀਂ ਉਹ ਘੋੜੀ ਮੇਰੇ ਉੱਪਰ ਚੜਾ ਦਿੱਤੀ, ਮੈਂ ਘੋੜੀ ਦੇ ਥੱਲੇ ਆ ਗਿਆ। ਪਰ ਜਿਵੇਂ ਵੀ ਤੁਸੀਂ ਕੀਤਾ ਕਹਿਣ ਲੱਗੇ ਵੀ ਚੰਗਾ ਹੀ ਕੀਤਾ ਹੈ, ਇਹਦੇ ਨਾਲ ਮੈਨੂੰ ਤੁਹਾਡੇ ਦਰਸ਼ਨ ਹੋ ਗਿਆ। ਜਿਹੜੀ ਵੰਗਾਰ ਪਾਈ ਹੈ ਇਹ ਚੰਗਾ ਹੋ ਗਿਆ ਹੈ, ਤਾਂ ਕਿ ਮੈਂ ਅੱਗੇ ਵਾਸਤੇ ਕਦੇ ਕੋਈ ਚੀਜ਼ ਮੰਗਾਂਗਾ ਹੀ ਨਹੀਂ। ਮੈਨੂੰ ਸਬਕ ਮਿਲ ਗਿਆ ਹੈ ਵੀ ਅੱਜ ਮੈਂ ਘੋੜੀ ਮੰਗੀ ਹੈ ਤੇ ਮੇਰੇ ਉਹ ਘੋੜੀ ਮੋਢਿਆਂ 'ਤੇ ਚੱਕਣੀ ਪਈ ਹੈ, ਕੱਲ੍ਹ ਨੂੰ ਕੋਈ ਹੋਰ ਮੰਗਾਂਗਾ ਉਹਦੇ ਥੱਲੇ ਵੀ ਮੈਨੂੰ ਹੀ ਆਉਣਾ ਪੈਣਾ ਹੈ। ਇਹ ਚੰਗਾ ਕੀਤਾ ਵੀ ਤੁਸੀਂ ਮੇਰੀ ਇੱਛਾ ਹੀ ਖਤਮ ਕਰ ਦਿੱਤੀ ਹੈ। ਗਾਂ ਤੋਂ ਮੈਨੂੰ ਇਹ ਸਬਕ ਮਿਲ ਗਿਆ, ਸਿੱਖਿਆ ਮਿਲ ਗਈ ਹੈ ਵੀ ਮੰਗਣਾ ਕੁਝ ਨਹੀਂ ਹੈ, ਮੰਗ ਕੇ ਮੁੜ ਕੇ ਉਹਦਾ ਭਾਰ ਚੁੱਕਣਾ ਪੈਂਦਾ, ਬੋਝ ਚੁੱਕਣਾ ਪੈਂਦਾ ਹੈ। ਇਹ ਚੰਗਾ ਕੀਤਾ ਜੋ ਆਪ ਜੀ ਨੇ ਮੇਰੀ ਇੱਛਾ ਹੈ ਉਸ ਨੂੰ ਮੁਕਾ ਦਿੱਤਾ ਹੈ। ਜਦੋਂ ਇਹ ਬਚਨ ਭਗਤ ਨਾਮਦੇਵ ਜੀ ਨੇ ਆਖੇ, ਉਸ ਵੇਲੇ ਭਗਵਾਨ ਨੇ ਕਿਹਾ ਵੀ ਤੂੰ ਮੈਨੂੰ ਜਾਣਦਾ ਹੈ ਕਿ ਨਹੀਂ, ਵੀ ਮੈਂ ਕੌਣ ਹਾਂ।
ਉਹ ਮੁਗਲ ਆਇਆ ਨਾ ਘੋੜੇ ਤੇ ਚੜ੍ਹ ਕੇ, ਮੁਸਲਮਾਨ, ਉਹਨੇ ਪੁੱਛਿਆ, ਕਹਿਣ ਲੱਗੇ ਨਾਮਦੇਵ ਤੂੰ ਮੈਨੂੰ ਜਾਣਦਾ ਵੀ ਮੈਂ ਕੌਣ ਆ? ਤੇ ਭਗਤ ਨਾਮਦੇਵ ਜੀ ਕਹਿਣ ਲੱਗੇ ਵੀ ਚੰਗੀ ਤਰ੍ਹਾਂ, ਕੋਈ ਸ਼ੱਕ ਇਹਦੇ ਵਿੱਚ? ਮੈਂ ਤੇ ਚੰਗੀ ਤਰ੍ਹਾਂ ਤੁਹਾਨੂੰ ਜਾਣ ਲਿਆ ਹੈ। ਫਿਰ ਬਖਸ਼ਦੇ ਹਨ। ਨਿੱਕੀ ਤੇਰੀ ਬੇਗਾਰੀ ਆਲੇ ਤੇਰਾ ਨਾਮ। ਤੁਹਾਡਾ ਨਾਮ ਹੈ ਆਲੇ ਬੇਗ ਖਾਨ। ਜਦੋਂ ਪੁੱਛਿਆ ਨਾ ਭਗਵਾਨ ਨੇ ਵੀ ਤੂੰ ਮੈਨੂੰ ਜਾਣ ਲਿਆ, ਕਹਿਣ ਲੱਗੇ ਜਾਣ ਲਿਆ। ਕਹਿੰਦੇ ਦੱਸ ਫਿਰ ਮੈਂ ਕੌਣ ਆ? ਕਹਿੰਦੇ ਜੀ ਤੁਸੀਂ ਉਹ ਆਲੇ ਬੇਗ ਖਾਨ। ਕਹਿਣ ਲੱਗੇ ਇਹਦਾ ਮਤਲਬ ਕੀ ਹੈ? ਕਹਿਣ ਲੱਗੇ ਮਤਲਬ ਇਹਦਾ ਇਹ ਹੈ, ਆਲਾ ਨਾਮ ਹੈ ਸੰਸਾਰ ਦਾ, ਬੇਗ ਨਾਮ ਹੈ ਛੇਤੀ ਦਾ, ਤੇ ਖਾਨਾ ਤੋਂ ਭਾਵ ਹੈ ਖਾਣਾ, ਪ੍ਰਸ਼ਾਦਾ, ਭੋਜਨ। ਵੀ ਤੁਸੀਂ ਸਾਰੇ ਸੰਸਾਰ ਨੂੰ ਬੜੀ ਛੇਤੀ ਭੋਜਨ ਦਿੰਦੇ ਹੋ, ਤੁਸੀਂ ਉਹ ਹੋ। ਮੈਂ ਤੁਹਾਨੂੰ ਜਾਣ ਲਿਆ ਹੈ। ਤੁਸੀਂ ਭਾਵੇਂ ਆਪਣਾ ਨਾਮ ਰਖਾ ਲਿਆ ਵੀ ਆਲੇ ਬੇਗ ਖਾਨ ਹੋ, ਪਰ ਇਸ ਆਲੇ ਬੇਗ ਖਾਨ ਦਾ ਇੱਕ ਮਤਲਬ ਹੈ। ਮਤਲਬ ਇਹ ਹੈ, ਆਲਾ ਕਹਿੰਦੇ ਸੰਸਾਰ ਨੂੰ, ਤੇ ਬੇਗ ਕਹੀਏ ਛੇਤੀ ਦੇ ਨਾਲ, ਤੇ ਖਾਣ ਤੋਂ ਭਾਵ ਖਾਣਾ ਦੇਣ ਵਾਲਾ। ਤੁਸੀਂ ਇਸ ਦੁਨੀਆ ਨੂੰ ਛੇਤੀ ਨਾਲ ਖਾਣਾ ਦੇਣ ਵਾਲੇ ਹੋ। ਤੁਸੀਂ ਉਹ ਰੱਬ ਹੋ ਜਿਹੜੇ ਸਾਰੇ ਸੰਸਾਰ ਨੂੰ ਰੋਜੀ ਦਿੰਦੇ ਪਏ ਹੋ। ਮੈਂ ਤੁਹਾਨੂੰ ਜਾਣ ਲਿਆ ਹੈ। ਫਿਰ ਬਖਸ਼ਿਸ਼ ਕਰਦੇ ਹਨ। ਨਿੱਕੀ ਤੇਰੀ ਬੇਗਾਰੀ ਆਲੇ ਤੇਰਾ ਨਾਮ। ਉਸ ਵੇਲੇ ਭਗਵਾਨ ਨੇ ਪੁੱਛਿਆ ਵੀ ਤੂੰ ਮੈਨੂੰ ਵਾਕਿਆ ਹੀ ਜਾਣ ਲਿਆ ਹੈ? ਕਹਿਣ ਲੱਗੇ ਹਾਂ, ਆਲੇ ਤੇਰਾ ਨਾਮ, ਕਿਉਂਕਿ ਤੇਰਾ ਨਾਮ ਜਿਹੜਾ ਹੈ, ਆਲਾ ਕਹੀਏ ਸਭ ਤੋਂ ਵੱਡਾ ਹੈ। ਤੇਰੇ ਨਾਮ ਵਰਗਾ ਤੇ ਨਾਮ ਕਿਸੇ ਦਾ ਹੋ ਹੀ ਨਹੀਂ ਸਕਦਾ। ਸਾਰੀ ਦੁਨੀਆ ਬੰਦੇ ਨੇ ਨਾਮ ਕਮਾਇਆ, ਸਾਰੇ ਦੇਸ਼ਾਂ ਵਿੱਚ ਵਿਦੇਸ਼ਾਂ ਵਿੱਚ ਨਾਮ ਚੱਲਦਾ ਪਿਆ ਹੈ, ਪਰ ਜਦੋਂ ਉਹ ਇੰਨਾ ਨਾਮ ਕਮਾਉਣ ਵਾਲਾ ਮਰਦਾ ਹੈ, ਉਹਨੂੰ ਮੰਜੇ ਤੇ ਰੱਖ ਕੇ, ਉਹਨੂੰ ਸੀੜੀ ਤੇ ਰੱਖ ਕੇ ਸ਼ਮਸ਼ਾਨ ਨੂੰ ਲਿਜਾਇਆ ਜਾਂਦਾ। ਲੋਕ ਆਖਦੇ ਰਾਮ ਨਾਮ ਸਤ ਹੈ। ਕਦੇ ਉਹਦਾ ਨਾਮ ਨਹੀਂ ਕਿਸੇ ਨੇ ਲਿਆ ਜਿਹਨੇ ਇੰਨਾ ਨਾਮ ਕਮਾਇਆ। ਭਗਤ ਨਾਮਦੇਵ ਜੀ ਕਹਿਣ ਲੱਗੇ ਆਲੇ ਤੇਰਾ ਨਾਮ, ਤੇਰਾ ਨਾਮ ਏਡਾ ਵੱਡਾ ਹੈ। ਜੇ ਕੋਈ ਜਨਮ ਲੈਂਦਾ ਤੇ ਉੱਥੇ ਵੀ ਰਾਮ ਰਾਮ ਹੀ ਆਖਿਆ ਜਾਂਦਾ ਹੈ। ਜੇ ਕੋਈ ਮਰ ਜਾਂਦਾ ਹੈ ਉਸ ਨੂੰ ਚੁੱਕਦਿਆਂ ਹੋਇਆਂ ਵੀ ਰਾਮ ਰਾਮ ਆਖਿਆ ਜਾਂਦਾ ਹੈ। ਇਹ ਦੁਨੀਆ ਨੂੰ ਬਣਾਉਣ ਵਾਲੇ ਪਰਮਾਤਮਾ ਆਪ ਜੀ ਦਾ ਨਾਮ ਸਭ ਤੋਂ ਵੱਡਾ ਹੈ। ਇਸ ਕਰਕੇ ਮੈਂ ਤੁਹਾਨੂੰ ਜਾਣ ਲਿਆ ਵੀ ਤੁਸੀਂ ਭਗਵਾਨ ਜੀ ਰੂਪ ਹੋ। ਰਹਾਓ ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ। ਹੁਣ ਭਗਤ ਨਾਮਦੇਵ ਜੀਆਂ ਨੇ ਸਵਾਲ ਕੀਤੇ। ਕਹਿਣ ਲੱਗੇ ਕੁਜਾ ਆਮਦ, ਆਮਦ ਤੋਂ ਭਾਵ ਹੁੰਦਾ ਗੁਰਮੁਖੋ ਆਉਣਾ। ਭਗਤ ਨਾਮਦੇਵ ਜੀ ਕਹਿਣ ਲੱਗੇ ਵੀ ਭਗਵਾਨ ਜੀ ਆਪ ਕਿੱਥੋਂ ਆਏ ਹੋ? ਹੁਣ ਇਹ ਕਿਰਪਾ ਕਰਕੇ ਦੱਸੋ ਵੀ ਮੈਨੂੰ ਤੇ ਘੋੜਾ ਵਿਖਾ ਦਿੱਤਾ ਵੀ ਘੋੜੇ ਤੇ ਚੜ੍ਹ ਕੇ, ਪਰ ਤੁਸੀਂ ਇਸ ਘੋੜੇ ਤੇ ਚੜ੍ਹ ਕੇ ਕਿੱਥੋਂ ਆਏ ਹੋ? ਕੁਜਾ ਆਮਦ, ਤੁਹਾਡੀ ਆਮਦ ਕਿੱਥੋਂ ਹੋਈ ਹੈ? ਤੁਸੀਂ ਕਿੱਥੋਂ ਆਏ ਹੋ? ਦੂਜਾ ਬਚਨ ਹੈ ਕੁਜਾ ਰਫਤੀ, ਆਪ ਕਿੱਥੇ ਗਏ ਸੀ, ਕਿਸ ਕੰਮ ਵਾਸਤੇ ਗਏ ਸੀ? ਤੇ ਤੀਜਾ ਬਚਨ ਉਹਨਾਂ ਕੀਤਾ ਕੁਜਾ ਮੇਰਵੀ, ਤੁਸੀਂ ਕਿੱਥੇ ਜਾਣਾ ਹੈ? ਇਹ ਮੇਰੇ ਤਿੰਨ ਬਚਨ ਨੇ ਆਪ ਜੀ ਦੇ ਨਾਲ। ਕੁਜਾ ਆਮਦ, ਆਪ ਜੀ ਦੀ ਆਮਦ ਕਿੱਥੋਂ ਹੋਈ, ਆਪ ਕਿੱਥੋਂ ਆਏ ਹੋ? ਕੁਜਾ ਰਫਤੀ, ਆਪ ਜੀ ਕਿੱਥੇ ਗਏ ਸੀ, ਕਿਹੜੇ ਕੰਮ ਵਾਸਤੇ ਗਏ ਸੀ? ਤੇ ਤੀਜਾ ਬਚਨ ਹੈ ਕੁਜਾ ਮੇਰਵੀ, ਤੁਸੀਂ ਹੁਣ ਕਿੱਥੇ ਅੱਗੇ ਜਾਣਾ ਹੈ? ਉਹ ਕਿਰਪਾ ਕਰਕੇ ਆਪ ਜੀ ਮੈਨੂੰ ਦੱਸਣਾ ਕਰੋ। ਦਵਾਰਕਾ ਨਗਰੀ ਰਾਸ ਭਗੋਈ। ਨਾਲ ਹੀ ਬਚਨ ਕੀਤਾ ਭਗਵਾਨ ਜੀ, ਇਹ ਜਿਹੜੀ ਦਵਾਰਕਾ ਨਗਰੀ ਹੈ ਨਾ, ਇਹ ਭਗਵਾਨ ਕ੍ਰਿਸ਼ਨ ਜੀਆਂ ਦੀ ਨਗਰੀ ਹੈ। ਇੱਥੇ ਝੂਠ ਨਾ ਬੋਲਣਾ, ਮੈਨੂੰ ਟਾਲ ਨਾ ਦੇਣਾ ਵੀ ਚਲੋ ਕੋਈ ਇੱਧਰ ਉੱਧਰ ਦੀ ਗੱਲ ਕਰਕੇ ਤੇ ਭਗਤ ਨਾਮਦੇਵ ਨੂੰ ਟਾਲ ਦਈਏ। ਨਹੀਂ, ਟਾਲਣਾ ਨਹੀਂ ਹੈ। ਇਹ ਦਵਾਰਕਾ ਨਗਰੀ ਭਗਵਾਨ ਕ੍ਰਿਸ਼ਨ ਜੀ ਦੀ ਨਗਰੀ ਹੈ। ਰਾਸ ਬਗੋਈ, ਰਾਸ ਤੋਂ ਭਾਵ ਹੈ ਸੱਚ, ਤੇ ਬਗੋਈ ਤੋਂ ਭਾਵ ਹੈ ਕਥਨ ਕਰਨਾ, ਵੀ ਸੱਚੀ ਗੱਲ ਕਥਨ ਕਰਿਓ, ਸੱਚੀ ਸੱਚੀ ਦੱਸਿਓ ਆਪ ਜੀ ਕਿੱਥੇ ਗਏ, ਕਿੱਥੋਂ ਆਏ ਤੇ ਕਿੱਥੇ ਜਾਣਾ ਹੈ। ਇਹ ਬਚਨ ਸੱਚਾ ਆਪ ਜੀ ਮੇਰੇ ਨਾਲ ਕਹੋ। ਗੁਰਮੁਖੋ ਭਗਤਾਂ ਦਾ ਇੰਨਾ ਪ੍ਰੇਮ ਹੈ ਰੱਬ ਦੇ ਨਾਲ, ਸਿੱਧੇ ਸਵਾਲ ਜਵਾਬ ਬੜੇ ਪ੍ਰੇਮ ਦੇ ਨਾਲ। ਜੇ ਭਗਵਾਨ ਬੁਝਾਰਤਾਂ ਪਾਉਂਦਾ ਤੇ ਭਗਤ ਵੀ ਬੁਝਾਰਤ ਅੱਗੋਂ ਪਾ ਦਿੰਦੇ। ਜੇ ਭਗਵਾਨ ਛੁਪਣਾ ਚਾਹੁੰਦਾ ਤੇ ਭਗਤ ਉਸ ਨੂੰ ਲੱਭ ਲੈਂਦੇ ਨੇ। ਤੇ ਮਹਾਰਾਜ ਜੀਆਂ ਨੇ ਭਗਤ ਦਾ ਤੇ ਭਗਵਾਨ ਦਾ ਸੰਵਾਦ ਜਿਹੜਾ ਹੈ, ਆਪਸ ਵਿੱਚ ਵਿਚਾਰ ਚਰਚਾ, ਉਹਨੂੰ ਇਸ ਸ਼ਬਦ ਵਿੱਚ ਮਹਾਰਾਜ ਨੇ ਦਰਜ ਕੀਤਾ ਤਾਂ ਕਿ ਸਾਨੂੰ ਪੜ੍ਹ ਕੇ ਸੁਣ ਕੇ ਗੁਰਬਾਣੀ ਦਾ ਆਨੰਦ ਪ੍ਰਾਪਤ ਹੋਵੇ। ਸ਼ਬਦ ਭਾਵੇਂ ਕਿੰਨਾ ਵੀ ਮਹਿੰਗਾ ਕਿਉਂ ਨਾ ਹੋਵੇ, ਔਖਾ ਕਿਉਂ ਨਾ ਹੋਵੇ,
ਪਰ ਜੇ ਉਸ ਨੂੰ ਸਰਲ ਤਰੀਕੇ ਦੇ ਨਾਲ ਆਪਾਂ ਸਮਝਾਂਗੇ, ਸੁਣਾਂਗੇ ਜਾਂ ਪੜ੍ਹਾਂਗੇ ਤੇ ਸਾਨੂੰ ਐਸਾ ਸਮਝ ਪਵੇਗਾ ਕਿ ਸਾਰੀ ਉਮਰ ਉਹ ਬਚਨ ਭੁੱਲੇਗਾ ਨਹੀਂ। ਉਹ ਗੱਲ ਜਿਹੜੀ ਹੈ ਉਹ ਦਿਮਾਗ ਦੇ ਵਿੱਚ ਘਰ ਘਰ ਜਾਵੇਗੀ। ਐਸੀ ਇਹ ਗੁਰਬਾਣੀ ਹੈ। ਜੇ ਸਰਲ ਤਰੀਕੇ ਨਾਲ ਸੁਣੀਏ, ਸਮਝੀਏ ਤੇ ਵਿਚਾਰੀਏ। ਭਗਤਾਂ ਨੇ ਬਚਨ ਕੀਤਾ, ਕਹਿਣ ਲੱਗੇ ਦਵਾਰਕਾ ਨਗਰੀ ਰਾਸ ਭਗੋਈ। ਇਹ ਦਵਾਰਕਾ ਨਗਰੀ ਭਗਵਾਨ ਕ੍ਰਿਸ਼ਨ ਜੀਆਂ ਦੀ ਨਗਰੀ ਹੈ। ਆਪ ਜੀ ਨੇ ਰਾਸ ਕਹੀਏ ਸੱਚੋ ਸੱਚਾ ਬਚਨ ਭਗੋਈ। ਭਗੋਈ ਤੋਂ ਭਾਵ ਹੈ ਕਥਨ ਕਰਨਾ, ਵੀ ਸੱਚਾ ਬਚਨ ਮੈਨੂੰ ਕਹਿਣਾ ਕਰੋ। ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ। ਕਹਿਣ ਲੱਗੇ ਆਪ ਜੀਆਂ ਨੇ ਭਗਵਾਨ ਜੀ ਇਹ ਜਿਹੜੀ ਪੱਗ ਸਿਰ ਤੇ ਬੱਧੀ ਹੈ ਨਾ, ਉਹ ਪੱਗ ਬੰਨ੍ਹ ਕੇ ਆਇਆ ਨਾ ਮੁਗਲ। ਕਹਿਣ ਲੱਗੇ ਜਿਹੜੀ ਪੱਗ ਤੁਸੀਂ ਸਿਰ ਤੇ ਬੱਧੀ ਹੈ, ਖੂਬ ਤੇਰੀ ਪਗਰੀ, ਬੜੀ ਸੋਹਣੀ ਹੈ ਤੇਰੀ ਪੱਗ, ਬੜੇ ਸੋਹਣੇ ਪੇਚ ਕੱਢੇ ਹੋਏ ਤੇ ਬੜੀ ਸੋਹਣੀ ਹੈ, ਉੱਪਰ ਨੂੰ ਛੱਡ ਕੇ ਤੁਰਲਾ ਤੇ ਪੱਗ ਬੱਧੀ ਹੈ। ਖੂਬ ਤੇਰੀ ਪਗਰੀ, ਇਹ ਤੇਰੀ ਪੱਗ ਬੜੀ ਸੋਹਣੀ ਹੈ ਭਗਵਾਨ ਜੀ। ਤੇ ਮਿੱਠੇ ਤੇਰੇ ਬੋਲ, ਜਦੋਂ ਆਪ ਜੀ ਬੋਲਦੇ ਹੋ ਨਾ, ਮੇਰੇ ਨਾਲ ਬਚਨ ਵਿਲਾਸ ਕਰਦੇ ਹੋ, ਤੇ ਤੁਹਾਡੀ ਜ਼ੁਬਾਨ ਦੇ ਵਿੱਚ ਬੜੀ ਮਿਠਾਸ ਹੈ। ਤੁਹਾਡੇ ਬਚਨ ਬੜੇ ਮਿੱਠੇ, ਮਨ ਨੂੰ ਮੋਹ ਲੈਂਦੇ। ਗੁਰਬਾਣੀ ਦਾ ਬਚਨ ਹੈ ਮਿੱਠ ਬੋਲੜਾ ਜੀ, ਹਰ ਸੱਜਣ ਸੁਆਮੀ ਮੋਰਾ। ਉਹ ਪਰਮਾਤਮਾ ਇੰਨਾ ਮਿੱਠਾ ਬੋਲਦਾ ਹੈ, ਜਿਹਦੇ ਨਾਲ ਉਹ ਬਚਨ ਕਰਦਾ ਉਹਦੇ ਮਨ ਮੋਹ ਲੈਂਦਾ ਹੈ। ਸਤਿਗੁਰੂ ਬਚਨ ਕਰਦੇ ਤੇਰਾ ਮੁਖ ਸੁਹਾਵਾ ਜੀਓ, ਸਹਿਜ ਧੁਨ ਬਾਣੀ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਲਿਖਿਆ ਹੈ, ਆਪ ਜੀ ਦਾ ਮੁਖੜਾ ਬੜਾ ਹੀ ਸ਼ੋਭਨੀਕ ਹੈ, ਬੜਾ ਸੋਹਣਾ ਤੁਹਾਡਾ ਮੁਖ ਹੈ ਅਤੇ ਸਹਿਜ ਧੁਨ ਬਾਣੀ। ਆਪ ਜੀ ਦੀ ਬਾਣੀ ਜਿਹੜੇ ਬਚਨ ਨੇ ਉਹ ਵੀ ਬੜੇ ਮਿੱਠੇ ਨੇ, ਬੜੇ ਸਹਿਜ ਵਾਲੇ ਨੇ। ਭਗਤ ਨਾਮਦੇਵ ਜੀ ਕਹਿਣ ਲੱਗੇ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ। ਆਪ ਜੀ ਦੀ ਪੱਗ ਬੜੀ ਸੋਹਣੀ ਭਗਵਾਨ ਜੀ, ਆਪ ਜੀ ਦੇ ਬਚਨ ਜਿਹੜੇ ਬੜੇ ਮਿੱਠੇ ਹਨ। ਦਵਾਰਕਾ ਨਗਰੀ ਕਾਹੇ ਕੇ ਮਗੋਲ। ਜਿਹੜੀ ਦਵਾਰਕਾ ਨਗਰੀ ਹੈ, ਇਸ ਨਗਰੀ ਦੇ ਵਿੱਚ ਕਾਹੇ ਕੇ ਮਗੋਲ, ਮਗੋਲ ਤੋਂ ਭਾਵ ਹੈ ਮੁਗਲ। ਭਗਤ ਨਾਮਦੇਵ ਜੀ ਕਹਿਣ ਲੱਗੇ ਵੀ ਇਸ ਦਵਾਰਕਾ ਨਗਰੀ ਵਿੱਚ ਮੁਗਲ ਕਿੱਥੋਂ ਆ ਗਏ? ਇਹ ਤੇ ਮੁਗਲਾਂ ਦੀ ਧਰਤੀ ਨਹੀਂ ਹੈ, ਇਹ ਤੇ ਧਰਤੀ ਭਗਵਾਨ ਕ੍ਰਿਸ਼ਨ ਜੀਆਂ ਦੇ ਨਾਮ ਜਪਣ ਵਾਲਿਆਂ ਦੀ ਹੈ। ਇਹ ਦਵਾਰਕਾ ਨਗਰੀ ਤੇ ਸਾਧੂ ਸੰਤਾਂ ਦੀ ਹੈ, ਭਜਨ ਬੰਦਗੀ ਕਰਨ ਵਾਲਿਆਂ ਦੀ। ਪਰਮਾਤਮਾ ਜੀ ਮੇਰੀ ਪਰਖ ਲੈਣੀ ਸੀ, ਤੁਸੀਂ ਕੀ ਹੋਰ ਰੂਪ ਬਣਾ ਲੈਂਦੇ, ਤੁਸੀਂ ਵੀ ਛੇਤੀ ਨਾਲ ਪਰਖ ਕਰਨ ਦੀ ਤੇ ਸੋਚ ਲਈ ਹੈ, ਪਰ ਇਹ ਨਹੀਂ ਸੋਚਿਆ ਵੀ ਰੂਪ ਕਿਹੜਾ ਬਣਾਉਣਾ ਹੈ। ਤੁਸੀਂ ਮੁਗਲ ਬਣ ਕੇ ਆਏ, ਮੇਰਾ ਤੇ ਮੱਥਾ ਉਦੋਂ ਹੀ ਠਣਕ ਗਿਆ ਵੀ ਇਹ ਮੁਗਲ ਨਹੀਂ ਹੋ ਸਕਦਾ, ਵੀ ਇਸ ਨਗਰੀ ਤੇ ਮੁਗਲ ਦਾ ਕੀ ਕੰਮ ਹੈ। ਤੁਸੀਂ ਕੋਈ ਸਾਧੂ ਬਣ ਆਉਂਦੇ, ਕੋਈ ਬ੍ਰਾਹਮਣ ਬਣ ਆਉਂਦੇ, ਕੋਈ ਹੋਰ ਰੂਪ ਬਣਾ ਲੈਂਦੇ ਤੇ ਹੋ ਸਕਦਾ ਵੀ ਮੈਂ ਕੁਝ ਸਮਾਂ ਮੈਨੂੰ ਪਤਾ ਨਾ ਲੱਗਦਾ, ਪਰ ਤੁਸੀਂ ਲਿਬਾਸ ਹੀ ਉਹ ਬਣਾ ਲਿਆ ਜਿਹੜਾ ਝੱਟ ਫੜਿਆ ਜਾਵੇ। ਇਹ ਤੁਸੀਂ ਫੜੇ ਗਏ ਹੋ, ਹੁਣ ਤੁਸੀਂ ਮੇਰੇ ਤੋਂ ਛੁਪ ਨਹੀਂ ਸਕਦੇ। ਕਹਿਣ ਲੱਗੇ ਦਵਾਰਕਾ ਨਗਰੀ ਕਾਹੇ ਕੇ ਮੁਗਲ। ਇਸ ਦਵਾਰਕਾ ਨਗਰੀ ਵਿੱਚ ਮੁਗਲ ਕਿੱਥੋਂ ਆ ਗਏ, ਪਹਿਲਾਂ ਮੈਨੂੰ ਇਹ ਦੱਸੋ। ਨਾ ਇੱਥੇ ਮੁਗਲ ਜੰਮੇ, ਨਾ ਇੱਥੇ ਮੁਗਲ ਰਹੇ, ਨਾ ਇੱਥੇ ਮੁਗਲਾਂ ਦਾ ਕੋਈ ਖਾਨਦਾਨ ਰਹਿੰਦਾ, ਨਾ ਇੱਥੇ ਕੋਈ ਮੁਗਲਾਂ ਦਾ ਘਰ ਹੈ। ਤੁਸੀਂ ਇੱਥੇ ਕੀ ਲੈਣ ਆਏ ਹੋ ਦੱਸੋ ਪਹਿਲਾਂ। ਇਹ ਮੁਗਲਾਂ ਦੀ ਇੱਥੇ ਕੋਈ ਆਉਣੀ ਜਾਣੀ ਨਹੀਂ ਹੈ। ਦਵਾਰਕਾ ਨਗਰੀ ਕਾਹੇ ਕੇ ਮੁਗਲ। ਸੋ ਇਹ ਦਵਾਰਕਾ ਨਗਰੀ ਵਿੱਚ ਮੁਗਲ ਕਿੱਥੋਂ ਆ ਗਏ? ਜਦੋਂ ਇਹ ਬਚਨ ਕੀਤਾ ਨਾ ਤੇ ਫਿਰ ਭਗਵਾਨ ਜੀ ਨੂੰ ਮੰਨਣਾ ਪਿਆ। ਕਹਿਣ ਲੱਗੇ ਨਾਮਦੇਵ ਚਲ ਬਾਕੀ ਗੱਲਾਂ ਤੇ ਠੀਕ ਨੇ, ਪਰ ਮੈਨੂੰ ਇਹ ਦੱਸ ਵੀ ਤੈਨੂੰ ਪਤਾ ਕਿਵੇਂ ਲੱਗਾ ਹੈ, ਤੂੰ ਮੈਨੂੰ ਪਛਾਣ ਕਿਵੇਂ ਲਿਆ ਹੈ? ਕਹਿਣ ਲੱਗੇ ਜਿਸ ਵੇਲੇ ਬਚਨ ਕਰਦੇ ਹਨ, ਚੰਦੀ ਹਜ਼ਾਰ ਆਲਮ ਏਕਲ ਖਾਨਾ। ਇਸ ਵੇਲੇ ਭਗਤ ਨਾਮਦੇਵ ਜੀ ਬਚਨੋਂ ਕਰਦੇ ਬਖਸ਼ਿਸ਼ ਵਾਲਾ। ਕਹਿਣ ਲੱਗੇ ਭਗਵਾਨ ਜੀ ਬਚਨ ਇਹ ਹੈ ਕਿ ਇਹ ਜਿਹੜਾ ਆਲਮ ਸੰਸਾਰ ਹੈ ਨਾ, ਇਹ ਸੰਸਾਰ ਵਿੱਚ ਚੰਦੀ ਕਹੀਏ ਜਿਤਨੇ ਵੀ ਹਜ਼ਾਰਾਂ ਲੋਕ ਨੇ, ਚੰਦੀ ਹਜ਼ਾਰ, ਚੰਦੀ ਤੋਂ ਭਾਵ ਵੀ ਕਿਤਨੇ, ਬਹੁਤੇ ਬਹੁਤੇ ਹਜ਼ਾਰਾਂ ਲੋਕ ਇਸ ਸੰਸਾਰ ਵਿੱਚ ਨੇ, ਪਰ ਏਕ ਲਖਾਨਾ, ਇੰਨੇ ਹਜ਼ਾਰਾਂ ਵਿੱਚੋਂ ਮੈਂ ਤੈਨੂੰ ਇਕੱਲੇ ਨੂੰ ਹੀ ਜਾਣਦਾ। ਤੂੰ ਕਿਸੇ ਵੀ ਰੂਪ ਦੇ ਵਿੱਚ ਆ ਜਾ, ਮੈਂ ਤੈਨੂੰ ਲੱਭ ਲੈਣਾ ਹੈ। ਭਾਵੇਂ ਮੇਲਾ ਤੇ ਬਰਿਆਂ ਦਾ ਭਰਿਆ ਪਿਆ, ਹੁਣ ਮੇਲੇ ਵਿੱਚ ਬਹੁਤੇ ਲੋਕ ਇਕੱਠੇ ਹੋਏ ਨਾ, ਇੱਕ ਛੋਟਾ ਜਿਹਾ ਬੱਚਾ ਬਹੁਤੇ ਮੇਲੇ ਵਿੱਚ ਬਹੁਤੇ ਲੋਕਾਂ ਦੇ ਵਿੱਚੋਂ ਆਪਣੇ ਬਾਪ ਨੂੰ ਪਛਾਣ ਹੀ ਲੈਂਦਾ ਵੀ ਇਹ ਮੇਰਾ ਬਾਪ ਹੈ। ਭਗਵਾਨ ਜੀ ਨੂੰ ਕਹਿਣ ਲੱਗੇ, ਭਗਤ ਜੀ ਕਹਿਣ ਲੱਗੇ ਵੀ ਦੁਨੀਆ ਮੇਲਾ ਭਰਿਆ ਹੋਇਆ, ਬੜੇ ਲੋਕ ਨੇ, ਪਰ ਭਗਵਾਨ ਜੀ ਮੈਂ ਤੇ ਤੁਹਾਨੂੰ ਪਛਾਣ ਹੀ ਲੈਂਦਾ ਨਾ,
ਇੱਕ ਵੇਲੇ ਭਗਤ ਨਾਮਦੇਵ ਜੀ ਪ੍ਰਸ਼ਾਦਾ ਬਣਾਉਂਦੇ ਪਏ। ਪ੍ਰਸ਼ਾਦਾ ਬਣਾ ਕੇ ਤੇ ਕੋਲ ਇੱਕ ਰੱਖਿਆ ਹੋਇਆ ਛਿਕੂ, ਉਹਦੇ ਵਿੱਚ ਪ੍ਰਸ਼ਾਦਾ ਲਾ ਕੇ ਰੱਖੀ ਜਾਣ। ਤੇ ਪਿਛਲੇ ਬੰਨੇ ਕੁੱਤਾ ਬੈਠਾ ਹੋਇਆ। ਜਦੋਂ ਕੁੱਤੇ ਨੇ ਵੇਖਿਆ ਵੀ 2-4 ਪ੍ਰਸ਼ਾਦੇ ਪੱਕ ਕੇ ਤੇ ਇਸ ਨੇ ਰੱਖ ਲਿਆ ਆਪਣੇ ਸਾਈਡ ਤੇ ਇੱਕ ਪਾਸੇ, ਤੇ ਧਿਆਨ ਇਹਦਾ ਚੁੱਲ੍ਹੇ ਵੱਲ ਹੈ, ਤਵੇ ਵੱਲ ਹੈ। ਉਹਨੇ 2-4 ਉਹ ਪ੍ਰਸ਼ਾਦੇ ਜਿਹੜੇ ਲੱਥੇ ਸਨ ਮੂੰਹ ਦੇ ਵਿੱਚ ਪਾਏ ਤੇ ਕੁੱਤਾ ਦੌੜ ਪਿਆ। ਕੁੱਤਾ ਦੌੜ ਪਿਆ। ਜਦੋਂ ਭਗਤ ਨਾਮਦੇਵ ਦੀ ਨਿਗਾਹ ਪਈ ਤੇ ਮਗਰ ਦੌੜੇ ਜਾਣ, ਭੱਜੇ ਜਾਣ, ਤੇ ਹੱਥ ਦੇ ਵਿੱਚ ਮੱਖਣ ਦਾ ਇੱਕ ਕੁੱਜਾ ਫੜਿਆ ਹੋਇਆ। ਉੱਚੀ ਸਾਰੀ ਆਵਾਜ਼ ਦੇ ਕੇ ਆਖਿਆ, ਕਹਿਣ ਲੱਗੇ, ਭਗਵਾਨ ਜੀ ਪ੍ਰਸ਼ਾਦਾ ਰੁੱਖਾ ਨਾ ਖਾਇਓ, ਮੱਖਣ ਲੈ ਕੇ ਆਇਆ, ਚੋਪੜ ਲਵੋ ਤੇ ਫਿਰ ਛਕ ਲਿਓ। ਜਦੋਂ ਇਹ ਬਚਨ ਕੀਤਾ ਤੇ ਭਗਵਾਨ ਨੂੰ ਕੁੱਤੇ ਵਿੱਚੋਂ ਪ੍ਰਗਟ ਹੋਣਾ ਪੈ ਗਿਆ। ਤੇ ਉਸ ਵੇਲੇ ਭਗਵਾਨ ਜੀ ਨੇ ਆਖਿਆ, ਕਹਿਣ ਲੱਗੇ, ਨਾਮਦੇਵ ਤੂੰ ਤੇ ਕੁੱਤਿਆਂ ਨੂੰ ਵੀ ਮੇਰਾ ਨਾਮ ਲੈ ਕੇ ਆਵਾਜ਼ ਮਾਰਦਾ ਪਿਆ, ਤੈਨੂੰ ਕਿਵੇਂ ਪਤਾ ਲੱਗਾ? ਤੂੰ ਕਿਵੇਂ ਕਹਿ ਸਕਦਾ ਵੀ ਉਹ ਕੁੱਤੇ ਵਿੱਚ ਮੈਂ ਹਾਂ? ਤੇ ਕੁੱਤੇ ਨੇ ਰੋਟੀ ਖਾਧੀ ਹੈ, ਨਾ ਤੂੰ ਮੇਰਾ ਆਵਾਜ਼ ਲੈ ਕੇ ਮਾਰੀ ਹੈ ਵੀ ਭਗਵਾਨ ਜੀ ਰੁੱਖੀ ਰੋਟੀ ਨਾ ਖਾਓ, ਚੋਪੜ ਕੇ ਛਕ ਲਵੋ। ਤੇ ਭਗਤ ਨਾਮਦੇਵ ਜੀ ਕਹਿਣ ਲੱਗੇ, ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਤੁਸੀਂ ਇਹ ਦੱਸੋ ਵੀ ਤੁਹਾਡੀ ਕੁੱਤੇ ਵਿੱਚ ਜੋਤ ਹੈ ਕਿ ਨਹੀਂ ਹੈ? ਜੇ ਤੇ ਨਹੀਂ ਹੈ ਤੇ ਮੈਂ ਮਾਫੀ ਮੰਗਦਾ, ਤੇ ਜੇ ਹੈ ਤੇ ਫਿਰ ਮੈਂ ਠੀਕ ਹਾਂ। ਭਗਵਾਨ ਜੀ ਨੂੰ ਮੰਨਣਾ ਪਿਆ ਵੀ ਇਹ ਭਗਤ ਤੇ ਕਿਸੇ ਪਾਸੇ ਨਹੀਂ ਛੱਡਦਾ, ਜਿੱਧਰ ਨੂੰ ਤੁਰਦਾ ਅੱਗੋਂ ਹੀ ਆ ਕੇ ਰਾਹ ਰੋਕਦਾ, ਅੱਗੋਂ ਹੀ ਵੱਲ ਪਾਉਂਦਾ ਹੈ। ਕਹਿਣ ਲੱਗੇ ਵੀ ਜੋਤ ਤੇ ਮੇਰੀ ਕੁੱਤੇ ਵਿੱਚ ਹੈ ਭਾਈ। ਕਹਿਣ ਲੱਗੇ ਜੇ ਕੁੱਤੇ ਵਿੱਚ ਜੋਤ ਹੈ ਫਿਰ ਮੈਂ ਮਾੜਾ ਥੋੜ੍ਹੀ ਆਖਿਆ। ਸਭ ਜੋਤ ਤੇਰੀ ਜਗ ਜੀਵਨਾ, ਤੂੰ ਘਟ ਘਟ ਹਰ ਰੰਗ ਰੰਗਨਾ। ਮੈਂ ਫਿਰ ਠੀਕ ਹੀ ਆਖਿਆ ਨਾ। ਕਹਿਣ ਲੱਗੇ ਭਾਈ ਤੂੰ ਠੀਕ ਆਖਿਆ, ਤੂੰ ਜਿੱਤਿਆ ਤੇ ਅਸੀਂ ਹਾਰੇ ਹੀ ਠੀਕ ਹਾਂ। ਇਸ ਤਰ੍ਹਾਂ ਭਗਤ ਨਾਮਦੇਵ ਜੀਆਂ ਨੂੰ ਕੁੱਤੇ ਵਿੱਚੋਂ ਪ੍ਰਗਟ ਹੋ ਕੇ ਦਰਸ਼ਨ ਦਿੰਦੇ ਪਏ। ਸੋ ਇੱਥੇ ਬਚਨ ਆ ਗਿਆ, ਕਹਿਣ ਲੱਗੇ ਚੰਦੀ ਹਜ਼ਾਰ। ਚੰਦੀ ਤੋਂ ਭਾਵ ਕਿਤਨੇ ਕੁ ਹਜ਼ਾਰਾਂ ਲੋਕ ਹੋਣ ਦੁਨੀਆ ਦੇ ਵਿੱਚ, ਪਰ ਏਕਲ ਖਾਨਾ ਮੈਂ ਤੁਹਾਨੂੰ ਕੱਲਿਆਂ ਨੂੰ ਲੱਭ ਲੈਂਦਾ ਹਾਂ। ਤੁਸੀਂ ਕਿਤੇ ਵੀ ਹੋਵੋ ਨਾ, ਏਕਲ ਖਾਨਾ ਮੈਂ ਤੁਹਾਨੂੰ ਕੱਲਿਆਂ ਨੂੰ ਲੱਭ ਲਵਾਂਗਾ। ਭਾਵੇਂ ਜਨਤਾ ਕਿੰਨੀ ਇਕੱਠੀ ਹੋਵੇ ਤੇ ਤੁਸੀਂ ਕਿਸੇ ਵੀ ਰੂਪ ਦੇ ਵਿੱਚ ਆ ਜਾਵੋ, ਨਾਮਦੇਵ ਜੀ ਕਹਿੰਦੇ ਮੇਰੇ ਕੋਲੋਂ ਛੁਪ ਨਹੀਂ ਸਕਦੇ, ਮੈਂ ਤੁਹਾਨੂੰ ਲੱਭ ਲੈਣਾ ਹੈ। ਫਿਰ ਬਖਸ਼ਿਸ਼ ਕਰਦੇ ਹਨ, ਚੰਦੀ ਹਜ਼ਾਰ ਆਲਮ ਏਕਲ ਖਾਨਾ। ਉਸ ਵੇਲੇ ਭਗਤ ਜੀ ਬਚਨ ਕਰਦੇ, ਕਹਿਣ ਲੱਗੇ ਵੀ ਹਜ਼ਾਰਾਂ ਲੋਕ ਇਸ ਦੁਨੀਆ ਦੇ ਵਿੱਚ ਨੇ, ਪਰ ਪਰਮਾਤਮਾ ਜੀ ਏਕਲ ਖਾਨਾ, ਇਹ ਜਿਹੜਾ ਖਾਨਾ ਸੰਸਾਰ ਹੈ ਨਾ, ਇਹਦੇ ਵਿੱਚ ਕੇਵਲ ਆਪ ਹੀ ਹੋ। ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਖਾਨਾ ਕਹੀਏ ਘਰ, ਇਹ ਸੰਸਾਰ ਆਪ ਜੀ ਦਾ ਘਰ ਹੈ, ਇਹਦੇ ਵਿੱਚ ਆਪ ਜੀ ਵਸੇ ਹੋਏ ਹੋ। ਹਮ ਚਿਨੀ ਪਾਤਸ਼ਾਹ ਸਾਵਲੇ ਬਰਨਾ। ਉਸ ਵੇਲੇ ਭਗਤ ਨਾਮਦੇਵ ਜੀ ਕਹਿਣ ਲੱਗੇ, ਕਹਿੰਦੇ ਐ ਪਾਤਸ਼ਾਹ ਆਪ ਜੀ ਸਾਂਵਲੇ ਬਰਨਾ ਹੋ। ਸਾਂਵਲੇ ਤੋਂ ਭਾਵ ਵੀ ਸਾਂਵਲਾ ਰੰਗ, ਤੇ ਸਾਂਵਲਾ ਰੰਗ ਭਗਵਾਨ ਕ੍ਰਿਸ਼ਨ ਜੀਆਂ ਦਾ ਹੈ। ਮੈਂ ਤੇ ਇਹ ਗੱਲ ਜਾਣੀ ਹੈ ਵੀ ਦਵਾਰਕਾ ਨਗਰੀ ਦੇ ਵਿੱਚ ਭਗਵਾਨ ਜੀ ਆਪ ਕ੍ਰਿਸ਼ਨ ਰੂਪ ਹੋ ਕੇ ਆਏ ਹੋ, ਆਪ ਜੀ ਕ੍ਰਿਸ਼ਨ ਰੂਪ ਬਣ ਕੇ ਇੱਥੇ ਵਿਚਰੇ ਹੋ, ਮੈਂ ਤੇ ਇਹ ਗੱਲ ਜਾਣਦਾ ਹਾਂ। ਫਿਰ ਬਖਸ਼ਿਸ਼ ਕਰਦੇ ਹਨ, ਹਮ ਚਿਨੀ ਪਾਤਸ਼ਾਹ ਸਾਵਲੇ ਬਰਨਾ। ਹਮ ਚਿਨੀ, ਹਮ ਤੋਂ ਭਾਵ ਹੈ ਅਸੀਂ, ਚਿਨੀ ਕਹੀਏ ਇਹ ਜਾਣਿਆ ਹੈ ਕਿ ਇਹ ਭਗਵਾਨ ਜੀ ਆਪ ਇਸ ਧਰਤੀ ਤੇ ਮੈਨੂੰ ਦਰਸ਼ਨ ਦੇਣ ਵਾਸਤੇ ਆਏ ਹੋ। ਤੇ ਪਹਿਲਾਂ ਆਪ ਜੀ ਨੇ ਦਰਸ਼ਨ ਦਿੱਤੇ ਨੇ ਭਗਵਾਨ ਕ੍ਰਿਸ਼ਨ ਜੀ ਬਣ ਕੇ, ਸਾਂਵਲੇ ਬਰਨਾ, ਸਾਂਵਲਾ ਰੰਗ ਭਗਵਾਨ ਕ੍ਰਿਸ਼ਨ ਜੀ ਦਾ ਮੰਨਿਆ ਜਾਂਦਾ ਹੈ। ਸੋ ਕਹਿਣ ਲੱਗੇ ਪਹਿਲਾਂ ਇਸ ਧਰਤੀ ਤੇ ਆਪ ਜੀ ਨੇ ਕ੍ਰਿਸ਼ਨ ਬਣ ਕੇ ਚਰਨ ਪਾ ਕੇ ਧਰਤੀ ਨੂੰ ਮੁਬਾਰਕ ਕੀਤਾ ਹੈ। ਅੱਜ ਆਪ ਜੀਆਂ ਨੇ ਮੈਨੂੰ ਦਰਸ਼ਨ ਦੇ ਕੇ ਇਸ ਧਰਤੀ ਨੂੰ ਪਵਿੱਤਰ ਕੀਤਾ ਹੈ। ਮੈਂ ਤੇ ਇਸ ਗੱਲ ਨੂੰ ਜਾਣਿਆ ਹੈ। ਜਦੋਂ ਭਗਤ ਜੀਆਂ ਨੇ ਬਚਨ ਕੀਤੇ ਨਾ, ਫਿਰ ਭਗਵਾਨ ਨੂੰ ਸਾਹਮਣੇ ਹੋਣਾ ਹੀ ਪਿਆ। ਉਹ ਮੁਗਲ ਵਾਲਾ ਰੂਪ ਹਟਾ ਕੇ ਨਾ, ਤੇ ਭਗਵਾਨ ਜੀ ਖੁਦ ਨਾਮਦੇਵ ਦੇ ਸਾਹਮਣੇ ਪ੍ਰਗਟ ਹੋ ਗਏ, ਸਾਹਮਣੇ ਹੋ ਕੇ ਦਰਸ਼ਨ ਦਿੱਤੇ। ਉਸ ਵੇਲੇ ਭਗਤ ਨਾਮਦੇਵ ਜੀ ਨੂੰ ਆਪਣੇ ਗਲ ਦੇ ਨਾਲ ਲਾ ਲਿਆ, ਜਫੀ ਦੇ ਵਿੱਚ ਲੈ ਲਿਆ। ਕਹਿਣ ਲੱਗੇ ਵਾਹ ਭਗਤ ਜੀ ਤੁਹਾਡੀ ਕਮਾਈ, ਧਨ ਹੋ ਤੁਸੀਂ, ਧਨ ਹੈ ਤੁਹਾਡੀ ਕਮਾਈ ਔਰ ਧਨ ਹੈ ਤੁਹਾਡਾ ਜੀਵਨ। ਇਸ ਤਰ੍ਹਾਂ ਕਹਿ ਕੇ ਭਗਵਾਨ ਜੀਆਂ ਨੇ ਭਗਤ ਨਾਮਦੇਵ ਨੂੰ ਆਪਣੀ ਜੱਫੀ ਦੇ ਵਿੱਚ ਲੈ ਲਿਆ, ਆਪਣੀਆਂ ਬਾਹਾਂ ਦੇ ਵਿੱਚ ਲੈ ਕੇ ਆਪਣੇ ਗਲ ਲਾਇਆ। ਉਸ ਵੇਲੇ ਫਿਰ
ਭਗਤ ਨਾਮਦੇਵ ਜੀ ਉਸਤਤ ਕਰਦੇ, ਕਹਿਣ ਲੱਗੇ ਜੀ ਹੁਣ ਅਸੀਂ ਤੁਹਾਡੀ ਉਸਤਤੀ ਦੇ ਇੱਥੇ ਬਚਨ ਕਰਦੇ ਹਾਂ। ਅਸਪਤ ਗਜਪਤ ਨਰੇ ਨਰਿੰਦ। ਅਸ ਤੋਂ ਭਾਵ ਗੁਰਮੁਖੋ ਭਾਵ ਹੈ ਘੋੜਾ। ਅਸ ਕਹਿੰਦੇ ਘੋੜੇ ਨੂੰ, ਤੇ ਘੋੜੇ ਤੋਂ ਲੈ ਲੈਣਾ ਸਤਮੁਖਾ ਘੋੜਾ। ਹਿੰਦੂ ਧਾਰਮਿਕ ਗ੍ਰੰਥਾਂ ਵਿੱਚ ਲਿਖਿਆ ਹੈ ਵੀ ਸੂਰਜ ਦੇ ਰਥ ਦੇ ਅੱਗੇ ਜਿਹੜਾ ਘੋੜਾ ਚੱਲਦਾ ਹੈ ਉਸ ਘੋੜੇ ਨੂੰ ਸਤਮੁਖੀਆ ਘੋੜਾ ਕਿਹਾ ਜਾਂਦਾ। ਉਹ ਘੋੜਾ ਰਥ ਲੈ ਕੇ ਦੌੜਦਾ ਸੂਰਜ ਦਾ। ਭਗਤ ਨਾਮਦੇਵ ਜੀ ਕਹਿਣ ਲੱਗੇ ਆਸਪਾਤ ਜਿਹੜਾ ਉਹ ਸਤਮੁਖੀਆ ਘੋੜਾ ਹੈ, ਉਸ ਘੋੜੇ ਦਾ ਪਤੀ ਕੌਣ ਹੈ? ਸੂਰਜ। ਮਹਾਰਾਜ ਆਪ ਜੀ ਸੂਰਜ ਦੇ ਵੀ ਪਤੀ ਹੋ, ਮੈਂ ਇਹ ਜਾਣਦਾ ਹਾਂ ਵੀ ਸੂਰਜ ਵੀ ਤੁਹਾਡਾ ਨੌਕਰ ਹੀ ਹੈ। ਆਸਪਤ ਜਿਹੜਾ ਸਤਮੁਖੀਆ ਘੋੜਾ ਹੈ ਉਸ ਘੋੜੇ ਦਾ ਪਤ ਜਿਹੜਾ ਪਤੀ ਮਾਲਕ ਹੈ ਸੂਰਜ, ਆਪ ਜੀ ਉਸ ਸੂਰਜ ਦੇ ਵੀ ਮਾਲਕ ਹੋ, ਸੂਰਜ ਨੂੰ ਵੀ ਬਣਾਉਣ ਵਾਲੇ ਹੋ। ਮੈਂ ਇਹ ਜਾਣਿਆ ਹੈ ਸੂਰਜ ਵੀ ਤੁਹਾਡਾ ਦਾਸ ਹੈ, ਤੁਹਾਡਾ ਨੌਕਰ ਹੈ, ਆਪ ਜੀ ਸੂਰਜ ਦੇ ਮਾਲਕ ਹੋ। ਗਜਪਤ। ਇਸੇ ਤਰ੍ਹਾਂ ਗਜ ਨਾਮ ਗੁਰਮੁਖੋ ਹਾਥੀ ਦਾ ਹੈ। ਹਿੰਦੂ ਧਾਰਮਿਕ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਜਿਹੜਾ ਇੰਦਰ ਹੈ ਨਾ ਸਵਰਗਾਂ ਦਾ ਰਾਜਾ, ਉਹਦੇ ਕੋਲ ਇੱਕ ਚਿੱਟੇ ਰੰਗ ਦਾ ਹਾਥੀ ਹੈ, ਤੇ ਉਸ ਹਾਥੀ ਦਾ ਨਾਮ ਗ੍ਰੰਥਾਂ ਵਿੱਚ ਲਿਖਿਆ ਐਰਾਵਤ। ਭਗਤ ਨਾਮਦੇਵ ਜੀ ਕਹਿਣ ਲੱਗੇ ਜਿਹੜਾ ਐਰਾਵਤ ਹਾਥੀ ਹੈ ਚਿੱਟੇ ਰੰਗ ਦਾ, ਉਹਦਾ ਮਾਲਕ ਹੈ, ਉਹਦਾ ਪਤੀ ਹੈ ਇੰਦਰ ਦੇਵਤਾ ਜਿਹੜਾ ਸਵਰਗਾਂ ਦਾ ਰਾਜਾ ਹੈ। ਮਹਾਰਾਜ ਜੀ ਆਪ ਜੀ ਉਸ ਇੰਦਰ ਦੇ ਵੀ ਮਾਲਕ ਹੋ, ਇੰਦਰ ਵੀ ਤੁਹਾਡਾ ਨੌਕਰ ਹੀ ਹੈ, ਤੁਹਾਡਾ ਦਾਸ ਹੈ। ਆਪ ਜੀ ਇੰਦਰਪੁਰੀ ਜਿਹੜਾ ਸਵਰਗਾਂ ਦਾ ਰਾਜਾ ਹੈ ਇੰਦਰ, ਉਹਦੇ ਆਪ ਜੀ ਮਾਲਕ ਹੋ, ਮੈਂ ਇਹ ਗੱਲ ਜਾਣੀ ਹੈ। ਇਹ ਭਗਤ ਨਾਮਦੇਵ ਜੀ ਇੱਥੇ ਵਡਿਆਈ ਕਰਦੇ ਹਨ। ਨਰਹਿ ਨਰਿੰਦ। ਅਤੇ ਜਿਹੜੇ ਨਰਹਿ ਤੋਂ ਭਾਵ ਹੁੰਦਾ ਜਿੰਨੇ ਮਨੁੱਖ ਨੇ, ਉਹਨਾਂ ਮਨੁੱਖਾਂ ਦੇ ਜਿਹੜੇ ਰਾਜੇ ਨੇ, ਉਹਨਾਂ ਸਾਰਿਆਂ ਰਾਜਿਆਂ ਦਾ ਰਾਜਾ ਹੈ ਬਰਮਾ। ਆਪ ਜੀ ਬਰਮਾ ਦੇ ਵੀ ਮਾਲਕ ਹੋ, ਬਰਮਾ ਵੀ ਤੁਹਾਡਾ ਦਾਸ ਹੈ। ਕੋਟ ਬ੍ਰਹਮੇ ਜਗ ਸਾਜਨ ਲਾਏ, ਤੁਸੀਂ ਲਾਏ ਹੋਏ ਨੇ ਆਪਣੇ ਸੇਵਕ ਬਣਾ ਕੇ ਵੀ ਜਾਓ ਭਾਈ ਆਹ ਕੰਮ ਕਰੋ, ਤੁਸੀਂ ਤੇ ਬਰਮਾ ਵਰਗਿਆਂ ਦੇ ਵੀ ਆਪ ਜੀ ਮਾਲਕ ਹੋ। ਇਹ ਵਡਿਆਈ ਕੀਤੀ ਹੈ। ਆਸਪਾਤ ਗਾਜਪਾਤ ਨਰਹਿ ਨਰਿੰਦ। ਕਹਿਣ ਲੱਗੇ ਘੋੜੇ ਦਾ ਮਾਲਕ ਸੂਰਜ, ਤੇ ਸੂਰਜ ਦੇ ਮਾਲਕ ਆਪ। ਹਾਥੀ ਦਾ ਮਾਲਕ ਇੰਦਰ, ਇੰਦਰ ਦੇ ਮਾਲਕ ਆਪ। ਮਨੁੱਖਾਂ ਦਾ ਮਾਲਕ ਰਾਜਾ, ਤੇ ਰਾਜਿਆਂ ਦੇ ਮਾਲਕ ਬ੍ਰਹਮਾ ਜੀ, ਤੇ ਬ੍ਰਹਮਾ ਦੇ ਮਾਲਕ ਆਪ। ਮਹਾਰਾਜ ਆਪ ਹੀ ਸਾਰਿਆਂ ਦੇ ਮਾਲਕ ਹੋ, ਇਸ ਗੱਲ ਨੂੰ ਮੈਂ ਜਾਣਦਾ ਹਾਂ। ਨਾਮੇ ਕੇ ਸੁਆਮੀ ਮੀਰ ਮੁਕੰਦ। ਨਾਮਦੇਵ ਜੀ ਕਹਿਣ ਲੱਗੇ ਐ ਸੁਆਮੀ ਆਪ ਜੀ ਮੀਰ ਕਹੀਏ ਪਾਤਸ਼ਾਹ ਹੋ। ਮੈਂ ਇਹ ਜਾਣਿਆ ਹੈ ਕਿ ਐ ਸੁਆਮੀ ਆਪ ਜੀ ਪਾਤਸ਼ਾਹ ਹੋ, ਅਤੇ ਮੁਕੰਦ ਕਹੀਏ ਮੁਕਤੀ ਦਾਤੇ ਵੀ ਹੋ। ਆਪ ਜੀ ਮੁਕਤੀ ਵੀ ਦਿੰਦੇ ਹੋ, ਤੇ ਆਪ ਜੀ ਸਾਰਿਆਂ ਦੇ ਪਾਤਸ਼ਾਹ ਵੀ ਹੋ। ਇਸ ਤਰ੍ਹਾਂ ਭਗਤ ਨਾਮਦੇਵ ਜੀਆਂ ਨੇ ਜਦੋਂ ਭਗਵਾਨ ਜੀ ਪਰਖ ਕਰਨ ਵਾਸਤੇ ਆਏ, ਨਾਲੇ ਤੇ ਉਹਨਾਂ ਦੀ ਪਰਖ ਨੂੰ ਲੱਭਿਆ, ਤੇ ਨਾਲੇ ਉਹਨਾਂ ਨੂੰ ਸਵਾਲ ਜਵਾਬ ਕੀਤੇ, ਤੇ ਨਾਲੇ ਉਹਨਾਂ ਦੀ ਵਡਿਆਈ ਕੀਤੀ ਇਸ ਸ਼ਬਦ ਵਿੱਚ। ਹੋ ਸਕਦਾ ਇਹ ਸ਼ਬਦ ਆਪਾਂ ਆਪਣੀ ਜ਼ਿੰਦਗੀ ਵਿੱਚ ਕਈ ਵਾਰੀ ਪੜ੍ਹਿਆ ਹੋਵੇ, ਪਾਠ ਦੇ ਰੂਪ ਦੇ ਵਿੱਚ ਸੁਣਿਆ ਹੋਵੇ, ਕੀਰਤਨ ਦੇ ਰੂਪ ਦੇ ਵਿੱਚ, ਪਰ ਇਸ ਸ਼ਬਦ ਦਾ ਭਾਵ ਕੀ ਹੈ, ਕਦੋਂ ਉਚਾਰਿਆ, ਕਿੱਥੇ ਉਚਾਰਿਆ, ਕਿਹੜੇ ਕਿਹੜੇ ਸਵਾਲ ਤੇ ਜਵਾਬ ਹੋਏ, ਉਹ ਅੱਜ ਆਪਾਂ ਨੂੰ ਕਥਾ ਵਿੱਚੋਂ ਇਹ ਬਚਨ ਪ੍ਰਾਪਤ ਹੋਏ। ਸੋ ਭਗਤ ਨਾਮਦੇਵ ਜੀ ਕਹਿੰਦੇ ਨਾਮੇ ਕੇ ਸੁਆਮੀ ਹੈ, ਨਾਮਦੇਵ ਦੇ ਸੁਆਮੀ ਮਾਲਕ ਮੀਰ ਆਪ ਜੀ ਪਾਤਸ਼ਾਹ ਹੋ, ਤੇ ਮੁਕੰਦ ਕਹੀਏ ਮੁਕਤੀ ਦਾਤੇ ਹੋ। ਆਪ ਜੀ ਮੁਕਤੀ ਵੰਡਦੇ ਹੋ, ਮੁਕਤੀ ਦਿੰਦੇ ਹੋ। ਇਹ ਦਾਤਾਂ ਆਪ ਜੀ ਨੇ ਬਖਸ਼ਿਸ਼ ਕੀਤੀਆਂ। ਸੋ ਗੁਰਮੁਖੋ ਇਹ ਭਗਤ ਨਾਮਦੇਵ ਜੀਆਂ ਨੇ ਇੱਥੇ ਇਹ ਸ਼ਬਦ ਬਖਸ਼ਿਸ਼ ਕੀਤਾ ਹੈ। 61 ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਨਾਮਦੇਵ ਦੇ ਨੇ। 2 ਸ਼ਬਦ ਇਸ ਤਲੰਗ ਰਾਗ ਦੇ ਵਿੱਚ ਭਗਤ ਨਾਮਦੇਵ ਦੇ ਆਪਾਂ ਸਰਵਣ ਕੀਤੇ। 1 ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਸਰਵਣ ਕੀਤਾ। ਤਲੰਗ ਰਾਗ ਦੇ ਵਿੱਚ 3 ਸ਼ਬਦ ਨੇ ਭਗਤਾਂ ਦੇ ਜੋ ਆਪਾਂ ਸਰਵਣ ਕਰ ਲਏ। ਨਾਲ ਇੱਥੇ ਤਲੰਗ ਰਾਗ ਦੀ ਸਮਾਪਤੀ ਹੋਈ ਹੈ। ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ 14ਵੇਂ ਸਥਾਨ ਤੇ 14ਵੇਂ ਨੰਬਰ ਤੇ ਇਹ ਰਾਗ ਹੈ। ਅੱਗੇ ਮਹਾਰਾਜ ਜੀ ਸਾਨੂੰ ਸੂਹੀ ਰਾਗ ਦੀ ਦਾਤ ਬਖਸ਼ਿਸ਼ ਕਰਨਗੇ, ਜੋ ਕੱਲ ਦੇ ਦੀਵਾਨ ਵਿੱਚ ਆਪਾਂ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਉਪਦੇਸ਼ ਗੁਰੂ ਕਾ ਹਿਰਦੇ ਵਸੇ।
ਭੁੱਲਾਂ ਦਾਸ ਦੀਆਂ ਮੁਆਫ ਕਰਨੀਆਂ। ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਅਸਪਤ ਗਜਪਤ ਨਰੇ ਨਰਿੰਦ, ਨਾਮੇ ਕੇ ਸੁਆਮੀ ਮੀਰ ਮੁਕੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਕੱਤਰ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ ਗਿਆਨੀ ਗੁਰਚਰਨ ਸਿੰਘ ਜੀ, ਜਿਨ੍ਹਾਂ ਨੇ ਆਪਾਂ ਨੂੰ